ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ, ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ, ਅਹਿਰਖ ਵਾਦ ਨਾ ਕੀਜੈ ਰੇ ਮਾਨਾ, ਸੋ ਕ੍ਰਿਤ ਕਰ ਕਰ ਲੀਜੈ ਰੇ ਮਾਨਾ, ਅਹਿਰਖ ਵਾਦ ਨਾ ਕੀਜੈ ਰੇ ਮਾਨਾ, ਸੋ ਕ੍ਰਿਤ ਕਰ ਕਰ ਲੀਜੈ ਰੇ ਮਾਨਾ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਅਤੇ ਵੱਖ-ਵੱਖ ਚੈਨਲਾਂ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਗੁਰੂ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰ ਰਹੇ ਗੁਰੂ ਪਿਆਰਿਓ, ਵਡਭਾਗੇ ਹਾਂ। ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਸਦਕਾ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰਾਂ ਨੇ ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕੀਤੇ ਨੇ, ਆਓ ਕੁਝ ਸਮੇਂ ਲਈ ਤਮਾਮ ਦੁਨਿਆਵੀ ਫੁਰਨਿਆਂ ਨੂੰ ਪਾਸੇ ਰੱਖ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਅਦਬ ਤੇ ਸਤਿਕਾਰ ਸਹਿਤ ਸੀਸ ਝੁਕਾਈਏ, ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਨ ਦਾ ਯਤਨ ਕਰੀਏ। ਪਿਆਰ ਸਤਿਕਾਰ ਸਹਿਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲਗ ਨਿਵਾਰਾ। ਅੱਜ ਦਾ ਪਾਵਨ ਪਵਿੱਤਰ ਹੁਕਮ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਆਸਾ ਰਾਗ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 479 ਤੇ ਸੁਭਾਇਮਾਨ ਹੈ। ਤੋ ਭਗਤ ਕਬੀਰ ਸਾਹਿਬ ਜੀ ਬੜੇ ਪਿਆਰ ਨਾਲ ਸਾਨੂੰ ਕਲਯੁਗੀ ਜੀਵਾਂ ਨੂੰ ਇਹ ਸਮਝਾ ਰਹੇ ਨੇ ਕਿ ਕਾਹੂ ਦੀਨੇ ਪਾਟ ਪਟੰਬਰ। ਅਕਾਲ ਪੁਰਖ ਪਰਮਾਤਮਾ ਨੇ ਕਿਸੇ ਨੂੰ ਤੇ ਇਸ ਸੰਸਾਰ ਦੇ ਉੱਤੇ ਪਹਿਨਣ ਵਾਸਤੇ ਰੇਸ਼ਮੀ ਬਸਤਰ ਬਖਸ਼ੇ ਹੋਏ ਨੇ, ਕਾਹੂ ਪਲੰਗ ਨਿਵਾਰਾ। ਤੇ ਬਹੁਤ ਸਾਰੇ ਦੁਨੀਆ ਤੇ ਐਸੇ ਲੋਕ ਨੇ ਜਿਨ੍ਹਾਂ ਨੂੰ ਸੁਖ ਚੈਨ ਦੀ ਨੀਂਦ ਪ੍ਰਾਪਤ ਹੋ ਜਾਵੇ, ਉਹਦੇ ਲਈ ਨਿਵਾਰੀ ਪਲੰਗ ਬਖਸ਼ੇ ਹੋਏ ਹਨ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਇਸ ਤਰੀਕੇ ਨਾਲ ਇੱਕ ਤਬਕਾ ਦੁਨੀਆ ਤੇ ਉਹ ਹੈ ਕਿ ਜਿਨ੍ਹਾਂ ਕੋਲ ਰੇਸ਼ਮੀ ਬਸਤਰ ਹਨ ਤੇ ਨਿਵਾਰੀ ਪਲੰਗ ਹਨ। ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ। ਤੇ ਭਗਤ ਜੀ ਕਹਿੰਦੇ ਇੱਕ ਦੁਨੀਆ ਤੇ ਉਹ ਲੋਕ ਨੇ ਜਿਨ੍ਹਾਂ ਕੋਲ ਸਾਧ ਸੰਗਤ ਜੀ ਗਿੱਲੀ ਜੁੱਲੀ ਤੇ ਇਹਦੇ ਨਾਲ ਇੱਕ ਸ਼ਬਦ ਵਰਤਿਆ ਬੜੇ ਪਿਆਰ ਨਾਲ, ਉਹ ਹੈ ਪਰਾਲੀ। ਕਿ ਕੁਝ ਲੋਕ ਉਹ ਨੇ ਜਿਹੜੇ ਪਰਾਲੀ ਦੇ ਉੱਤੇ ਹੀ ਸੌਂਦੇ ਨੇ, ਕੋਲ ਲੈਣ ਲਈ
ਪਾਟੀ ਜਾਂ ਗਿੱਲੀ ਜੁੱਲੀ ਹੈ ਉਹਨਾਂ ਦੇ ਕੋਲ। ਤੋ ਇੱਕ ਪਾਸੇ ਅਮੀਰ ਲੋਕਾਂ ਦੀ ਗੱਲ ਹੈ, ਕਹਿ ਲਈਏ ਦੁਨਿਆਵੀ ਤੌਰ ਤੇ, ਇੱਕ ਪਾਸੇ ਗਰੀਬ ਦੀ ਗੱਲ ਕਰ ਲਈਏ। ਪਰ ਯਾਦ ਰੱਖਣਾ ਸਾਧ ਸੰਗਤ, ਗੁਰਬਾਣੀ ਕਹਿੰਦੀ ਹੈ ਵੀ ਇਹ ਸਭ ਕੁਝ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਦੂਸਰਾ ਬਚਨ ਮੈਂ ਆਪ ਜੀ ਨਾਲ ਸਾਂਝਾ ਕਰਾਂ। ਮਹਾਰਾਜ ਬਾਣੀ ਵਿੱਚ ਇੱਕ ਇਹ ਵੀ ਬਚਨ ਕਹਿੰਦੇ ਨੇ ਕਿ ਅੰਦਰੋਂ ਝੂਠੇ ਪੈਜ, ਬਾਹਰ ਦੁਨੀਆ ਅੰਦਰ ਫੈਲ। ਦੁਨੀਆ ਤੇ ਇੱਕ ਉਹ ਵੀ ਤਬਕਾ ਹੈ ਕਿ ਸਤਿਗੁਰੂ ਜੀ ਕਹਿੰਦੇ ਅੰਦਰ ਤਾਂ ਝੂਠ ਭਰਿਆ ਹੋਇਆ ਹੈ, ਅੰਦਰ ਛਲ ਫਰੇਬ ਵਕਾਰ ਭਰੇ ਹੋਏ ਨੇ, ਤੇ ਬਾਹਰੋਂ ਦੁਨੀਆ ਦੇ ਵਿੱਚ ਪ੍ਰਸਿੱਧੀ ਖੱਟਣ ਲਈ, ਜਸ ਖੱਟਣ ਲਈ ਉਹ ਬਹੁਤ ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦੇ ਹਨ। ਪਰ ਸਤਿਗੁਰੂ ਜੀ ਕਹਿੰਦੇ 68 ਤੀਰਥ ਜੇ ਨਹਾਵੇ ਉਤਰੈ ਨਾਹੀ ਮੈਲ। ਇਹੋ ਜਿਹੇ ਲੋਕ ਭਾਵੇਂ 68 ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲੈਣ, ਜੇ ਅੰਦਰ ਹੀ ਧੋਖਾ ਹੈ, ਅੰਦਰ ਹੀ ਈਰਖਾ ਹੈ, ਅੰਦਰ ਛਲ ਤੇ ਫਰੇਬ ਹੈ, ਕਪਟ ਹੈ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹਨਾਂ ਦੇ ਉੱਤੇ ਤੀਰਥਾਂ ਦਾ ਕੋਈ ਅਸਰ ਨਹੀਂ। ਫਿਰ ਦੂਜਾ ਬਚਨ ਕੀਤਾ, ਜਿਨ ਪਟ ਅੰਦਰ। ਇੱਕ ਉਹ ਨੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ, ਰੇਸ਼ਮ ਵਰਗਾ ਕੀਮਤੀ ਨਾਮ, ਬਾਹਰ ਗੁੱਦੜ, ਉਹ ਬਾਹਰੋਂ ਭਾਵੇਂ ਖੱਦਰ ਵੀ ਪਾਈ ਫਿਰਨ, ਤੇ ਭਲੇ ਸੰਸਾਰ। ਮਹਾਰਾਜ ਕਹਿੰਦੇ ਉਹ ਭਲੇ ਨੇ। ਕਿਉਂ? ਤਿਨ ਨੇਹੋਂ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਕਿਉਂਕਿ ਕਹਿੰਦੇ ਵੀ ਗੱਲ ਇੱਥੇ ਵਸਤਰਾਂ ਦੀ ਨਹੀਂ, ਗੱਲ ਅਮੀਰੀ ਦੀ ਨਹੀਂ, ਗੱਲ ਤਾਂ ਇਹ ਹੈ ਕਿ ਤੁਹਾਨੂੰ ਚੈਨ ਕਿੱਥੇ ਹੈ, ਸਕੂਨ ਕਿੱਥੇ ਹੈ। ਤਾਂ ਇਹ ਵੀ ਹੋ ਸਕਦਾ ਹੈ ਨਵਾਰੀ ਪਲੰਘ ਤੇ ਪੈ ਕੇ, ਸੋਹਣੇ ਵਸਤਰ ਪਾ ਕੇ ਵੀ ਬੰਦੇ ਨੂੰ ਸਕੂਨ ਨਾ ਮਿਲੇ, ਐ ਕਲਪਿਆ ਫਿਰੇ ਕ੍ਰੋਧ ਦੇ ਅੰਦਰ, ਗੱਲ ਗੱਲ ਤੇ ਸਾੜਾ, ਈਰਖਾ, ਛਲ ਫਰੇਬ, ਕਪਟ। ਤੇ ਸਤਿਗੁਰੂ ਜੀ ਕਹਿੰਦੇ ਕੋ ਨੇ ਜਿਹੜੇ ਅੰਦਰੋਂ ਤੇਰੇ ਨਾਮ ਨਾਲ ਜੁੜੇ ਨੇ, ਉਹ ਥੋੜੇ ਵਿੱਚ ਵੀ ਇਹੀ ਕਹਿੰਦੇ ਨੇ ਵੀ ਮਹਾਰਾਜ ਤੂੰ ਜੋ ਦਿੱਤਾ ਤੇਰਾ। ਸਾਧ ਸੰਗਤ ਹੱਥ ਜੋੜ ਕੇ ਉਹ ਵਾਰ-ਵਾਰ ਇਹੀ ਕਹਿੰਦੇ ਵੀ ਤੇਰਾ ਸ਼ੁਕਰਾਨਾ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਸਾਧ ਸੰਗਤ ਯਾਦ ਰੱਖਣਾ, ਸਿੱਖੀ ਦਾ ਅਮੀਰੀ ਤੇ ਗਰੀਬੀ ਨਾਲ ਕੋਈ ਸੰਬੰਧ ਨਹੀਂ। ਸਿੱਖੀ ਮਹਿਲਾਂ ਚੋਂ ਵੀ ਪੈਦਾ ਹੋਈ ਹੈ, ਤੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਝੁੱਗੀਆਂ ਝੌਂਪੜੀਆਂ ਚੋਂ ਵੀ ਪੈਦਾ ਹੋਈ ਹੈ। ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਕੇਵਲ ਵਿਚਾਰਾਂ ਨੂੰ ਜਗ੍ਹਾ ਹੈ, ਭਾਵਨਾ ਨੂੰ ਜਗ੍ਹਾ ਹੈ। ਤੋ ਮਹਾਰਾਜ ਫਿਰ ਦੁਨਿਆਵੀ ਉਦਾਹਰਨਾਂ ਕੁਝ ਦੇ ਰਹੇ ਨੇ ਵੀ ਇੱਕ ਲੋਕ ਉਹ ਨੇ ਜਿਹੜੇ ਰੇਸ਼ਮ ਪਹਿਨਦੇ ਨੇ, ਬੜੇ ਕੀਮਤੀ ਮਹਿੰਗੇ ਵਸਤਰ ਪਹਿਨਦੇ ਨੇ, ਉਹਨਾਂ ਨੂੰ ਨਵਾਰੀ ਪਲੰਘ ਜਿਹੜਾ ਉਹ ਮਿਲਿਆ ਹੋਇਆ ਹੈ ਆਰਾਮ ਕਰਨ ਵਾਸਤੇ। ਤੋ ਇੱਕ ਉਹ ਲੋਕ ਨੇ, ਭਗਤ ਕਬੀਰ ਜੀ ਕਹਿੰਦੇ ਨੇ ਕਿ ਜਿਨ੍ਹਾਂ ਕੋਲ ਗਿੱਲੀ ਪਾਟੀ ਜੁੱਲੀ ਹੈ, ਤੇ ਨਾਲ ਸ਼ਬਦ ਵਰਤਿਆ ਕਿ ਉਹ ਪਰਾਲੀ ਦੇ ਉੱਤੇ ਹੀ ਕਈ ਜਿਹੜੇ ਲੋਕ ਨੇ ਉਹ ਸੁੱਤੇ ਵੇਖੇ ਜਾ ਸਕਦੇ ਹਨ। ਅਹਿਰਖ ਵਾਦ ਨਾ ਕੀਜੈ ਰੇ ਮਨ। ਪਰ ਭਗਤ ਜੀ ਕਹਿੰਦੇ ਵੀ ਗੱਲ ਨੂੰ ਸਮਝੋ, ਅਹਿਰਖਵਾਦ ਨਾ ਕੀਜੈ ਰੇ ਮਨ। ਅਹਿਰਖ ਦਾ ਅਰਥ ਹੈ ਈਰਖਾ। ਕਹਿੰਦੇ ਪਰ ਜਿੰਨਾ ਰੱਬ ਨੇ ਦਿੱਤਾ ਉਹਦੇ 'ਚ ਸ਼ੁਕਰ ਕਰੋ, ਤੇ ਕਦੇ ਕਿਸੇ ਨਾਲ ਈਰਖਾ ਨਾ ਕਰੋ। ਵੇਖੋ, ਅਸੀਂ, ਸਾਡਾ ਸੁਭਾਅ ਹੈ, ਆਪਾਂ ਦੁਨਿਆਵੀ ਲੋਕ ਆ। ਜੇ ਮੇਰੇ ਕੋਲ ਕੋਈ ਵਸਤੂ ਨਹੀਂ, ਮੇਰੇ ਗੁਆਂਢੀ ਕੋਲ ਹੈ, ਤੇ ਬੰਦਾ ਉਹ ਗੁਆਂਢੀ ਦੀ ਵਸਤੂ ਵੇਖ ਕੇ ਈਰਖਾ ਕਰੀ ਜਾਂਦਾ ਹੈ। ਭਗਤ ਜੀ ਕਹਿੰਦੇ ਈਰਖਾ ਨਹੀਂ ਕਰਨੀ। ਤੋ ਮਹਾਰਾਜ ਦੀ ਬਾਣੀ 'ਚ ਵੀ ਆਪਾਂ ਪੜ੍ਹਦੇ ਹਾਂ ਈਰਖਾ ਦੀ ਬਾਬਤ ਕਿ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਮਹਾਰਾਜ ਕਹਿੰਦੇ ਵੀ ਜਿਸ ਬੰਦੇ ਦੇ ਅੰਦਰ ਛਲ ਹੈ, ਫਰੇਬ ਹੈ, ਤਪਸ਼ ਹੈ, ਵਕਾਰਾਂ ਦੀ, ਈਰਖਾ ਭਰਿਆ ਹੈ, ਉਹ ਬੰਦੇ ਦਾ ਕਦੇ ਭਲਾ ਨਹੀਂ ਹੋ ਸਕਦਾ। ਤੋ ਦੂਜੇ ਬੰਨੇ ਬਚਨ ਕੀਤਾ, ਜਿਨ੍ਹਾਂ ਅੰਦਰ ਨਾਮ ਨਿਧਾਨ ਹਰ ਤਿਨਕੇ ਕਾਜ ਦਈਏ ਆਂਦੇ ਰਾਸ। ਪਰ ਕਹਿੰਦੇ ਜਿਹਦੇ ਮਨ ਦੇ ਅੰਦਰ, ਦਿਲ ਦੇ ਅੰਦਰ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਟਿਕਿਆ ਹੋਇਆ ਹੈ ਨਾ, ਤੋ ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਦੇ ਸਾਰੇ ਕਾਰਜ ਪਰਮੇਸ਼ਰ ਆਪ ਕਰਦਾ ਹੈ। ਹਰ ਥਾਂ ਤੇ ਉਹਨਾਂ ਦਾ ਸਹਾਈ ਹੁੰਦਾ ਹੈ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਤੋ ਇਸ ਕਰਕੇ ਭਗਤ ਕਬੀਰ ਜੀ ਕਹਿ ਰਹੇ ਨੇ ਵੀ ਹੇ ਮਨ,
ਕਦੇ ਵੀ ਆਪਣੇ ਮਨ ਦੇ ਅੰਦਰ ਕਿਸੇ ਦੇ ਪ੍ਰਤੀ ਈਰਖਾ ਨਾ ਕਰ। ਸੋ ਕ੍ਰਿਤ ਕਰ ਕਰ ਲੀਜੈ ਰੇ ਮਨ। ਕਹਿੰਦੇ ਤੂੰ ਵੀ ਪ੍ਰਾਪਤ ਕਰ ਸਾਂ। ਜੇ ਤੇਰੇ ਆਸ-ਪਾਸ ਕਿਸੇ ਕੋਲ ਨਵਾਰੀ ਪਲੰਗ ਹੈ, ਰੇਸ਼ਮੀ ਬਸਤਰ ਨੇ, ਚੰਗੀਆਂ ਸੁੱਖ ਸਹੂਲਤਾਂ ਨੇ, ਤੂੰ ਈਰਖਾ ਨਾ ਕਰ। ਕੀ ਕਰ ਫਿਰ? ਸੋ ਕ੍ਰਿਤ ਕਰ ਕਰ ਲੀਜੈ ਰੇ ਮਨ। ਸੋ ਕ੍ਰਿਤ ਦਾ ਅਰਥ ਹੈ ਧਰਮ ਦੀ ਕਿਰਤ। ਤੂੰ ਦਸਾਂ ਨੌਆਂ ਦੀ ਕਮਾਈ ਕਰ, ਤੂੰ ਮਿਹਨਤ ਕਰ, ਤੇ ਜੇ ਤੂੰ ਮਿਹਨਤ ਕਰੇਗਾ ਨਾ, ਤੇ ਮਿਹਨਤ ਕਰ ਕਰਕੇ ਜਦੋਂ ਉਦਮ ਕਰੇਗਾ, ਤੇ ਸਤਿਗੁਰੂ ਮਹਾਰਾਜ ਫਿਰ ਬਾਣੀ ਵਿੱਚ ਕਹਿੰਦੇ ਨੇ, ਉਦਮ ਕਰੇਂਦਿਆਂ ਜਿਉ ਤੂੰ ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਕਹਿੰਦੇ ਤੇਰੀ ਚਿੰਤਾ ਵੀ ਦੂਰ ਹੋ ਜਾਊਗੀ। ਉਦਮ ਕਰਦਾ ਰਹਿ, ਧਰਮ ਦੀ ਕਿਰਤ ਕਰ, ਧਰਮ ਦੀ ਕਿਰਤ ਤੋਂ ਬਾਗੀ ਨਾ ਹੋਈ। ਤੋ ਆਪਾਂ ਆਮ ਕਰਕੇ ਕਈਆਂ ਗੱਡੀਆਂ ਮੋਟਰਾਂ ਦੇ ਮਗਰ ਲਿਖਿਆ ਪੜ੍ਹਦੇ ਆ ਨਾ, ਭਾਵੇਂ ਕਿ ਜੋ ਲਿਖਿਆ ਉਹ ਸਾਰਾ ਕੁਝ ਸਹੀ ਨਹੀਂ ਹੁੰਦਾ, ਪਰ ਕਈ ਐਸੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਬੜੀਆਂ ਮਨ ਨੂੰ ਪਿਆਰੀਆਂ ਲੱਗਦੀਆਂ, ਕਿ ਸੜਨਾ ਰੀਸ ਕਰ। ਤੋ ਭਾਵੇਂ ਉਹ ਦੁਨਿਆਵੀ ਕਿਸੇ ਮਨੁੱਖ ਦੇ ਲਿਖੇ ਹੋਏ ਸ਼ਬਦ ਨੇ, ਪਰ ਅੱਜ ਦਾ ਸਾਰਾ ਪ੍ਰਕਰਨ ਭਗਤ ਕਬੀਰ ਜੀ ਨੇ ਇਸੇ ਗੱਲ ਤੇ ਕੇਂਦਰਿਤ ਕੀਤਾ ਹੈ। ਭਗਤ ਜੀ ਕਹਿੰਦੇ ਇਸ ਕਰਕੇ ਤੂੰ ਵੀ ਕਿਸੇ ਨਾਲ ਛਲ ਫਰੇਬ ਕਪਟ ਈਰਖਾ ਮਨ ਚ ਸਾੜਾ ਨਾ ਕਰ। ਤੂੰ ਇਹ ਕਹਿ ਵੀ ਜੇ ਫਲਾਨਾ ਬੰਦਾ ਉਦਮ ਕਰਦਾ ਹੈ, ਮਿਹਨਤ ਕਰਦਾ ਹੈ, ਉਹਦੇ ਕਰਮਾਂ ਦਾ ਉਹਨੂੰ ਮਿਲਿਆ ਹੈ, ਤੇ ਮੈਂ ਵੀ ਧਰਮ ਦੀ ਕਿਰਤ ਕਰਾਂ, ਮੈਂ ਵੀ ਇਮਾਨਦਾਰੀ ਦੇ ਨਾਲ ਮਿਹਨਤ ਕਰਾਂ, ਮੇਰੇ ਬੱਚੇ ਮਿਹਨਤ ਕਰਨ, ਮੇਰਾ ਸਾਰਾ ਪਰਿਵਾਰ ਮਿਹਨਤ ਕਰੇ, ਤਾਂ ਤੂੰ ਵੀ ਇੱਕ ਦਿਨ ਫਿਰ ਉਸ ਮੁਕਾਮ ਦੇ ਉੱਤੇ ਪਹੁੰਚ ਸਕਦਾ ਹੈ। ਇਸ ਕਰਕੇ ਧਰਮ ਦੀ ਕਿਰਤ ਕਰ ਕਰਕੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪ। ਤੇ ਭਗਤ ਜੀ ਕਹਿੰਦੇ ਨੇ ਤੈਨੂੰ ਵੀ ਇਹ ਜਿਹੜੀਆਂ ਦਾਤਾਂ ਇਹ ਮਿਲ ਸਕਦੀਆਂ ਹਨ। ਰਹਾਉ। ਤੋ ਇੱਥੇ ਫਿਰ ਰਹਾਓ, ਕਿਉਂਕਿ ਠਹਿਰਨਾ, ਇਹ ਦੋਵੇਂ ਪੰਕਤੀਆਂ ਰਹਾਓ ਵਾਲੀਆਂ ਨੇ। ਸਾਧ ਸੰਗਤ, ਜਿਹੜੀ ਈਰਖਾ ਹੈ ਨਾ, ਮੈਂ ਬੇਨਤੀ ਕਰਾਂ, ਇਹ ਮਨੁੱਖੀ ਮਨ ਦਾ ਸੁਭਾਅ ਹੈ। ਜਿੱਥੇ ਚਾਰ ਸੱਜਣ ਚਾਰ ਭਰਾ ਇਕੱਠੇ ਹੋ ਜਾਂਦੇ, ਜੇ ਤੇ ਉਹ ਗੁਰਮੁਖਾਂ ਦੀ ਸੰਗਤ ਹੈ, ਫੇਰ ਨਹੀਂ ਈਰਖਾ ਨੇ ਜਨਮ ਲੈਣਾ। ਨਹੀਂ ਤੇ ਈਰਖਾ ਕਰਨ ਵਾਲਿਆਂ ਨੇ ਤਾਂ ਸਾਡੇ ਗੁਰੂ ਸਾਹਿਬਾਂ ਨੂੰ ਵੀ ਨਹੀਂ ਬਖਸ਼ਿਆ। ਗੁਰੂ ਅੰਗਦ ਸਾਹਿਬ ਮਹਾਰਾਜ ਤਪਾ ਸ਼ਰੇਆਮ ਖਡੂਰ ਸਾਹਿਬ ਈਰਖਾ ਕਰਦਾ ਰਿਹਾ। ਗੁਰੂ ਅਮਰਦਾਸ ਮਹਾਰਾਜ ਉੱਥੋਂ ਦੇ ਪੰਡਤ, ਉੱਥੇ ਵੀ ਇੱਕ ਤਪਾ ਸੀ, ਉਹ ਵੀ ਗੁਰੂ ਸਾਹਿਬ ਨਾਲ ਈਰਖਾ ਕਰਦਾ ਰਿਹਾ। ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਘਰਦਿਆਂ ਨੇ ਹੀ ਈਰਖਾ ਕੀਤੀ ਬਾਬੇ ਪਿਰਥੀ ਚੰਦ ਨੇ। ਇੱਕ ਬੜੀ ਪਿਆਰੀ ਪ੍ਰਾਤਨ ਗ੍ਰੰਥ ਵਿੱਚ ਸਾਖੀ ਹੈ। ਕਹਿੰਦੇ ਇੱਕ ਦਿਨ ਨਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕੁਝ ਸਿੱਖਾਂ ਨੂੰ ਨਾਲ ਲੈ ਕੇ ਸੇਵਾ ਕਰਾਉਣ ਵਾਸਤੇ ਹਰਿਮੰਦਰ ਸਾਹਿਬ ਆ ਰਹੇ ਸਨ, ਕਿ ਬਾਬੇ ਪਿਰਥੀ ਚੰਦ ਦੀ ਘਰਵਾਲੀ ਬੀਬੀ ਕਰਮੋ, ਉਹਦੇ ਹੱਥ ਵਿੱਚ ਕੂੜੇ ਦੀ ਟੋਕਰੀ ਤੇ ਚੁਬਾਰੇ ਤੇ ਚੜੀ, ਉਹਨੇ ਜਾਣ ਬੁੱਝ ਕੇ ਕੂੜਾ ਥੱਲੇ ਸਿੱਟਿਆ। ਜਦੋਂ ਹੁਣ ਕੂੜਾ ਧਰਤੀ ਤੇ ਡਿੱਗਾ, ਉਹਦੇ ਚੋਂ ਕੁਝ ਧੂੜ ਮਿੱਟੀ ਦੇ ਅੰਸ਼ ਉਹ ਸਿੱਖਾਂ ਤੇ ਗੁਰੂਆਂ ਦੇ ਬਸਤਰਾਂ ਨੂੰ ਛੋਹ ਗਏ। ਕੁਝ ਸਿੱਖ ਤੈਸ਼ ਵਿੱਚ ਆਏ, ਮਹਾਰਾਜ ਸਾਨੂੰ ਇਹਨਾਂ ਦੇ ਘਰ ਜਾ ਕੇ ਗੱਲ ਕਰਨੀ ਚਾਹੀਦੀ ਹੈ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਜੀ ਇਹ ਕੂੜਾ ਜਾਣ ਬੁੱਝ ਕੇ ਸੁੱਟਿਆ ਗਿਆ। ਤੇ ਸਾਖੀਕਾਰ ਨੇ ਉੱਥੇ ਭਾਵ ਅਰਥ ਬੜਾ ਪਿਆਰਾ ਦਿੱਤਾ ਹੈ। ਉਹ ਕਹਿੰਦੇ ਮਹਾਰਾਜ ਕਹਿਣ ਲੱਗੇ, ਸਿੱਖੋ ਕਦੇ ਕਾਹਲੀ ਨਹੀਂ ਕਰੀਦੀ। ਕਹਿਣ ਲੱਗੇ ਜੀ ਕਿਉਂ? ਸਤਿਗੁਰੂ ਕਹਿਣ ਲੱਗੇ, ਪਾਤਸ਼ਾਹ ਕਹਿਣ ਲੱਗੇ ਵੀ ਜਿਹੜੇ ਬੰਦੇ ਕੋਲ ਸਿੱਟਣ ਵਾਸਤੇ ਸਮਾਜ ਵਿੱਚ ਕੂੜਾ ਹੈ, ਉਹ ਕੂੜਾ ਹੀ ਸਿੱਟ ਸਕਦਾ ਹੈ, ਉਹ ਕਿਸੇ ਨੂੰ ਅੰਮ੍ਰਿਤ ਕਿਵੇਂ ਦੇ ਸਕਦਾ ਹੈ? ਕੁਝ ਉਹ ਬੰਦੇ ਨੇ ਜਿਹੜੇ ਦੁਨਿਆਵੀ ਤੌਰ ਤੇ ਗੁਆਂਢੀ ਅੱਗੇ ਸੁੱਟੀ ਜਾਂਦੇ ਆ, ਤੇ ਕੁਝ ਉਹ ਨੇ ਸਾਧ ਸੰਗਤ ਜਿਹੜੇ ਆਪਣੀ ਜ਼ੁਬਾਨ ਰਾਹੀਂ ਕੂੜਾ ਸਾਰੀ ਉਮਰ ਸਿੱਟਦੇ ਰਹਿੰਦੇ ਆ। ਪਰ ਯਾਦ ਰੱਖਣਾ, ਇਹੋ ਜਿਹੇ ਲੋਕ ਪ੍ਰਮਾਤਮਾ ਨੂੰ ਭਾਉਂਦੇ ਨਹੀਂ। ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵਈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ, ਕੁੜਿਆਰੀ ਰੱਜੈ ਕੂੜ ਜਿਉ ਵਿਸ਼ਟਾ ਕਾਗ ਖਾਵਈ। ਕਿਉਂਕਿ ਜਿਹੜਾ ਈਰਖਾ ਕਰਨ ਵਾਲਾ ਹੈ, ਜਿਹੜਾ ਝੂਠ ਤੇ ਕੁਫਰ ਤੋਲਣ ਵਾਲਾ ਬੰਦਾ ਹੈ ਨਾ, ਯਾਦ ਰੱਖਣਾ ਸਾਧ ਸੰਗਤ, ਮਹਾਰਾਜ ਨੇ ਉਹਦੀ ਤੁਲਨਾ ਇੱਕ ਕਾਂ ਦੇ ਨਾਲ ਕੀਤੀ ਹੈ, ਵੀ ਜਿਵੇਂ ਉਹ ਵਿਸ਼ਟਾ 'ਚ ਚੁੰਝ ਮਾਰ ਕੇ ਤ੍ਰਿਪਤ ਹੁੰਦਾ ਹੈ। ਈਰਖਾ ਕਰਨ ਵਾਲਿਆਂ ਦੀ ਕਿਹੜੀ ਦੁਨੀਆ ਤੇ ਕਮੀ ਸਾਧ ਸੰਗਤ, ਅੱਜ ਵੀ ਨੇ, ਪਹਿਲਾਂ ਵੀ ਸੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਾ ਸਾਧ ਸੰਗਤ ਜੀ ਆਪਣੇ ਭੈਣ ਜੀ ਨੂੰ ਮਿਲਣ ਵਾਸਤੇ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਜਾ ਰਹੇ ਨੇ, ਤੇ ਜਿਹੜਾ ਬਿਆਸ ਵਾਲਾ ਪੱਤਣ ਸੀ, ਦਰਿਆ ਪਾਰ ਕਰਨਾ ਸੀ ਮਹਾਰਾਜ ਨੇ, ਤੇ ਰਸਤੇ 'ਚ ਉਹਨਾਂ ਦੇ ਵੱਡਿਆਂ ਦਾ ਪਿੰਡ ਆ ਗਿਆ।
ਪੱਠੇਵਿੰਡਪੁਰ, ਜਿਹਨੂੰ ਅੱਜ ਕੱਲ ਆਪਾਂ ਡੇਰਾ ਸਾਹਿਬ ਕਹਿੰਦੇ, ਇੱਥੇ ਬੜੇ ਬੇਦੀ ਖੱਤਰੀ ਰਹਿੰਦੇ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੱਠੇਵਿੰਡਪੁਰ ਨਾਮ ਕਹੰਦੇ, ਖੱਤਰੀ ਬੇਦੀ ਬ੍ਰਿਧ ਬਸੰਤੇ, ਸੰਗ ਹੋਤੇ ਬਾਲੇ ਮਰਦਾਨੇ, ਸ਼੍ਰੀ ਨਾਨਕ ਆਏ ਸਥਾਨੇ। ਮਹਾਰਾਜ ਇਸ ਥਾਂ ਤੇ ਆਏ ਵੀ ਚਲੋ ਸਾਡੇ ਵੱਡਿਆਂ ਦਾ ਨਗਰ ਹੈ, ਬਾਬਾ ਕਾਲੂ ਜੀ ਦਾ ਜਨਮ ਇਸ ਧਰਤੀ ਤੇ ਹੋਇਆ। ਤੇ ਜਿਹੜੇ ਉੱਥੋਂ ਦੇ ਕੁਝ ਸ਼ਰੀਕੇ ਭਾਈਚਾਰੇ ਵਾਲੇ ਸੀ ਨਾ, ਉਹਨਾਂ ਵੇਖਿਆ ਵੀ ਬਾਬੇ ਨੂੰ ਆਏ ਨੂੰ 5 ਦਿਨ ਹੋ ਗਏ ਨੇ। ਮਹਾਰਾਜ 5 ਦਿਨ ਉਸ ਧਰਤੀ ਤੇ ਰਹੇ ਆਪਣੇ ਵੱਡਿਆਂ ਦੇ ਪਿੰਡ। ਤੇ ਜਦੋਂ ਉਹਨਾਂ ਵੇਖਿਆ ਵੀ ਇਹ ਤਾਂ ਉੱਠਦੇ ਹੀ ਨਹੀਂ, ਇਹ ਤਾਂ ਹੁਣ ਆ ਕੇ ਸਾਡੀ ਧਰਤੀ ਮੱਲ ਲੈਣਗੇ ਜਿਹੜੀ ਇਹਨਾਂ ਦੇ ਪਿਤਾ ਜੀ ਛੱਡ ਕੇ ਗਏ ਸੀ। ਈਰਖਾ ਸੀ ਨਾ, ਤੇ ਉਹਨਾਂ ਨੇ ਮਹਾਰਾਜ ਨੂੰ ਕਿਹਾ ਪਿੰਡ ਛੱਡ ਦਿਓ। ਤੇ ਪੁਰਾਣੇ ਗ੍ਰੰਥ ਪੜੋ, ਇਤਿਹਾਸ ਕਹਿੰਦਾ ਹੈ ਵੀ ਸਤਿਗੁਰੂ ਮਹਾਰਾਜ ਉਹਨਾਂ ਨੂੰ ਕਹਿਣ ਲੱਗੇ ਕਿ ਬੇਦੀਓ, ਐਵੇਂ ਧਰਤੀ ਦਾ ਮਾਣ ਨਹੀਂ ਕਰੀਦਾ, ਜਿਹੜੀ ਧਰਤੀ ਦਾ ਮਾਣ ਕਰਦੇ ਹੋ ਇੱਕ ਦਿਨ ਥੇ ਹੋ ਜਾਵੇਗਾ। ਉਹ ਧਰਤੀ ਥੇ ਹੋ ਗਈ ਸਾਧ ਸੰਗਤ। ਫਿਰ 6ਵੇਂ ਸਤਿਗੁਰਾਂ ਨੇ ਉਸ ਧਰਤੀ ਤੇ ਕਿਰਪਾ ਕੀਤੀ। ਚੋਲਾ ਸਾਹਿਬ ਆਏ ਮਹਾਰਾਜ, ਇੱਥੋਂ ਮੇਰੇ ਪਾਤਸ਼ਾਹ ਨੂੰ ਖਬਰ ਮਿਲੀ ਕਿ ਭਾਈ ਗੁਰਦਾਸ ਜੀ ਅਕਾਲ ਚਲਾਣਾ ਕਰ ਗਏ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਚੋਲਾ ਸਾਹਿਬ ਤੋਂ ਗੋਇੰਦਵਾਲ ਸਾਹਿਬ ਆਉਂਦਿਆਂ ਰਸਤੇ 'ਚ ਬਾਬੇ ਦੇ ਵੱਡਿਆਂ ਦਾ ਪਿੰਡ ਆਇਆ। ਫਿਰ ਮਹਾਰਾਜ ਉਸ ਧਰਤੀ ਤੇ ਗਏ, ਉੱਥੇ ਇੱਕ ਗੁਰੂ ਘਰ ਹੈ ਰੋੜੀ ਸਾਹਿਬ, ਉੱਥੇ ਆਪਣਾ ਜੋੜਾ ਲਾਇਆ ਤੇ ਨੰਗੇ ਪੈਰੀਂ ਚੱਲ ਕੇ ਉਸ ਥੇ ਤੇ ਗਏ ਜਿਹੜਾ ਬਾਬਿਆਂ ਦਾ ਡੇਰਾ ਸੀ। ਉਹਨੂੰ ਅੱਜ ਕੱਲ ਡੇਰਾ ਸਾਹਿਬ ਕਹਿੰਦੇ। ਉਹ ਸ਼ਬਦ ਵੀ ਤਾਂ ਹੀ ਬਣਿਆ ਵੀ ਇਹ ਵੱਡਿਆਂ ਦਾ ਡੇਰਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਉਸ ਧਰਤੀ ਤੇ ਗਏ, ਆਪਣੇ ਹੱਥੀਂ ਛੋਟਾ ਜਿਹਾ ਸਥਾਨ ਤਿਆਰ ਕੀਤਾ ਤੇ ਜਿਹੜੀ ਉੱਚੀ ਢਾਬ ਸੀ ਉਹਨੂੰ ਸਰੋਵਰ ਦਾ ਰੂਪ ਦੇਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਫਿਰ ਉਹਦੇ ਤੋਂ 600 ਸਾਲ ਬਾਅਦ ਜਾ ਕੇ ਕਾਰ ਸੇਵਾ ਵਾਲੇ ਸ਼੍ਰੀਮਾਨ ਸੰਤ ਬਾਬਾ ਗੁਰਮੁਖ ਸਿੰਘ ਜੀ ਹਣਾ ਨੇ ਇੱਕ ਸੋਹਣਾ ਗੁਰੂ ਘਰ ਬਣਾਇਆ। ਮੇਰੇ ਕਹਿਣ ਤੋਂ ਭਾਵ ਵੀ ਈਰਖਾ ਕਰਨ ਵਾਲੇ ਜਿਹੜੇ ਉਹ ਤੇ ਸ਼ੁਰੂ ਤੋਂ ਰਹੇ ਨੇ। ਤੇ ਭਗਤ ਕਬੀਰ ਜੀ ਅੱਜ ਸਮਝਾ ਰਹੇ ਨੇ ਵੀ ਅਹਿਰਖਵਾਦ ਨਾ ਕੀਜੈ ਰੇ ਮਨ, ਸੋ ਕਿਰਤ ਕਰ ਕਰ ਲੀਜੈ ਰੇ ਮਨ। ਫਿਰ ਅੱਗੇ ਬੜੇ ਪਿਆਰ ਨਾਲ ਬਖਸ਼ਿਸ਼ ਕਰਦੇ ਹਨ। ਤੁਮਾਰਾ ਏਕ ਜੋ ਮਾਟੀ ਗੂੰਦੀ, ਬਹੁ ਵਿਦਵਾਨੀ ਲਾਈ। ਭਗਤ ਜੀ ਕਹਿੰਦੇ ਵੀ ਘੁਮਿਆਰ ਨੇ ਨਾ ਇੱਕੇ ਥਾਂ ਤੋਂ ਮਿੱਟੀ ਲਈ। ਤੋ ਸਾਧ ਸੰਗਤ ਉਸ ਮਿੱਟੀ ਨੂੰ ਜਦੋਂ ਫਿਰ ਆਵੇ ਤੇ ਚਾੜਿਆ ਉਹਦੇ ਤੋਂ ਭਾਂਡੇ ਬਣਾਉਣ ਵਾਸਤੇ, ਤੇ ਬਹੁ ਵਿਦਵਾਨੀ ਲਾਈ। ਉਹਦੇ ਤੋਂ ਤਰ੍ਹਾਂ ਤਰ੍ਹਾਂ ਦੇ ਉਹਨੇ ਭਾਂਡੇ ਤਿਆਰ ਕਰ ਦਿੱਤੇ। ਹੈ ਤਾਂ ਇੱਕ ਹੀ ਜਗ੍ਹਾ ਹੈ ਨਾ, ਇੱਕੇ ਜਗ੍ਹਾ ਤੋਂ ਮਿੱਟੀ ਲਈ, ਇੱਕੇ ਆਵੇ ਤੇ ਚਾੜਿਆ। ਕਿਸੇ ਨੂੰ ਸ਼ਿਕਾਲੇ ਦਾ ਰੂਪ ਦੇਤਾ, ਕਿਸੇ ਨੂੰ ਤੌੜੀ ਦਾ ਰੂਪ ਦੇਤਾ, ਕਿਸੇ ਨੂੰ ਕਾੜਨੀ ਦਾ ਰੂਪ ਦੇਤਾ। ਤੋ ਭਗਤ ਕਬੀਰ ਜੀ ਕਹਿੰਦੇ ਵੀ ਇਸ ਤਰੀਕੇ ਨਾਲ ਉਹਨੇ ਵੱਖ-ਵੱਖ ਰੂਪ ਦੇ ਦਿੱਤੇ ਹਨ। ਕਾਹੂ ਮਹਿ ਮੋਤੀ ਮੁਕਤਾ ਹਲ, ਕਾਹੂ ਬਿਆਦ ਲਗਾਈ। ਤੇ ਫਿਰ ਸਮਾਂ ਬੀਤਿਆ, ਜਦੋਂ ਭਾਂਡੇ ਹੋ ਗਏ ਨਾ ਪੱਕੇ ਆਵੇ ਤੇ ਚਾੜ ਕੇ, ਤੇ ਭਗਤ ਜੀ ਕਹਿੰਦੇ ਨੇ ਇੱਕ ਉਹ ਭਾਂਡੇ ਤਿਆਰ ਹੋ ਗਏ ਜਿਹਦੇ 'ਚ ਲੋਕ ਦੁਨੀਆ ਦੇ ਮੋਤੀ ਪਾਉਂਦੇ, ਮੋਤੀ ਕੀਮਤੀ ਚੀਜ਼। ਤੇ ਇੱਕ ਭਾਂਡਾ ਘੁਮਿਆਰ ਨੇ ਉਹ ਤਿਆਰ ਕਰਤਾ ਜਿਹਦੇ ਵਿੱਚ ਲੋਕ ਸ਼ਰਾਬ ਇਤ ਆਦਿਕ ਜਿਹੜੀ ਆ ਉਹ ਪਾਉਂਦੇ ਹਨ। ਤੂੰ ਮਹਿ ਧਨ ਰਾਖਣ ਕੋ ਦੀਆ, ਮੁਗਧ ਕਹੈ ਤਨ ਮੇਰਾ। ਫਿਰ ਅੱਗੇ ਗੱਲ ਕੀਤੀ, ਕਹਿੰਦੇ ਦੁਨੀਆ ਤੇ ਨਾ ਕੁਝ ਸੂਮ ਵਿਅਕਤੀ ਹੁੰਦੇ ਨੇ, ਪਰ ਸੂਮਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਤੁਹਾਨੂੰ ਧਨ ਬਖਸ਼ਿਆ ਨਾ ਰੱਬ ਨੇ, ਇਹਦੀ ਜ਼ਿੰਮੇਵਾਰੀ ਕਰਨ ਵਾਸਤੇ ਤੁਹਾਡੀ ਡਿਊਟੀ ਲਾਈ ਆ, ਇਹਦੀ ਰਾਖੀ ਕਰਨ ਲਈ। ਪਰ ਸੂਮ ਨੇ ਇਹ ਕਿਹਾ ਵੀ ਮੁਗਧ ਕਹੈ ਧਨ ਮੇਰਾ। ਇੱਥੇ ਮੂਰਖ ਵੀ ਲਿਖਿਆ, ਮੁਗਧ ਦਾ ਅਰਥ ਹੈ ਮੂਰਖ। ਉਹਨੇ ਇਹ ਸਮਝ ਲਿਆ ਵੀ ਇਹ ਤੇ ਸਾਰਾ ਧਨ ਮੇਰਾ ਹੈ। ਯਾਦ ਰੱਖਣਾ ਸਾਧ ਸੰਗਤ, ਜੇ ਰੱਬ ਨੇ ਵਸਤੂਆਂ ਦਿੱਤੀਆਂ ਨਾ, ਤੇ ਮੈਂ ਬੇਨਤੀ ਕਰਾਂ ਵੀ ਉਹਦਾ ਫਿਰ ਫਾਇਦਾ ਵੀ ਲੈਣਾ ਚਾਹੀਦਾ ਹੈ। ਸਾਡੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੂੰ ਬਾਦਸ਼ਾਹ ਦਰਵੇਸ਼ ਲਿਖਿਆ ਹੈ। ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਤੇ ਬਾਦਸ਼ਾਹ ਦਰਵੇਸ਼ ਦਾ ਮਤਲਬ ਹੈ ਵੀ ਮਹਾਰਾਜ ਰਾਜਿਆਂ ਮਹਾਰਾਜਿਆਂ ਵਾਂਗੂ ਸ਼ਾਹੀ ਠਾਠ ਬਾਠ ਨਾ ਰਹਿੰਦੇ ਸਨ। ਮੇਰੇ ਕਹਿਣ ਤੋਂ ਭਾਵ ਵੀ ਜੇ ਸਿੱਖ ਨੂੰ ਗੁਰੂ ਨੇ ਧਨ ਬਖਸ਼ਿਆ ਹੈ ਤੇ ਉਹਨੂੰ ਆਪਣਾ ਜਿਹੜਾ ਗੁਜਰਾਨ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ, ਸੂਮਪੁਣਾ ਨਹੀਂ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਵੀ ਸੂਮ ਬੰਦੇ ਸਾਰੀ ਉਮਰ ਉਹ ਆਪਾਂ ਵੇਖਦੇ ਹਾਂ ਸੂਮਪੁਣਾ ਤੇ ਕਰਦੇ ਆ। ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਜਿਹੜਾ ਅਸੀਂ ਸੂਮਪੁਣਾ ਕਰ ਰਹੇ ਹਾਂ, ਜਿਹੜੇ ਧਨ ਦੀ ਅਸੀਂ ਰਾਖੀ ਕਰ ਰਹੇ ਹਾਂ, ਇਹ ਸਾਡਾ ਨਹੀਂ ਹੈ। ਪਹਾੜੀ ਰਾਜਿਆਂ ਦੇ ਇੱਕ ਮਨ ਚ ਆਇਆ ਵੀ ਸਾਡੇ ਕੋਲ ਬੜੇ ਕੀਮਤੀ ਬਸਤਰ ਨੇ, ਬੜੀਆਂ ਸਾਡੇ ਕੋਲ ਮਾਲਾ ਨੇ,
ਤੇ ਅਸੀਂ ਐ ਟੌਰ ਕੱਢ ਕੇ ਫੱਬ ਕੇ ਗੁਰੂ ਗੋਬਿੰਦ ਸਿੰਘ ਦੇ ਦਰਬਾਰ 'ਚ ਜਾਈਏ। ਇਹ ਜਦੋਂ ਇਕੱਠੇ ਹੋ ਕੇ ਆਏ ਨਾ ਤੇ ਮਨ 'ਚ ਇਹ ਆ ਗਿਆ ਵੀ ਸਾਡੀ ਸੋਭਾ ਵੇਖ ਕੇ ਸਿੱਖ ਕਹਿਣਗੇ ਬੜਾ ਟੌਰ ਕੱਢਿਆ ਇਹਨਾਂ ਪਹਾੜੀ ਰਾਜਿਆਂ ਨੇ, ਬੜੀ ਗੱਲ ਹੈ ਇਹਨਾਂ ਦੀ। ਪਰ ਜਦੋਂ ਆਏ ਤੇ ਹੈਰਾਨ ਹੋ ਗਏ। ਕਿਵੇਂ ਹੈਰਾਨ ਹੋਏ? ਕੀ ਵੇਖਿਆ? ਧੰਨ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਲੱਗਾ ਹੈ। ਮਹਾਰਾਜ ਆਪਣੇ ਸਿੰਘਾਸਨ ਤੇ ਬਿਰਾਜਮਾਨ ਨੇ। ਚੰਦਨ ਦੀ ਚੌਂਕੀ ਤੇ ਗੁਰੂ ਗੋਬਿੰਦ ਸਿੰਘ ਦੇ ਮੁਬਾਰਕ ਚਰਨ ਨੇ। ਇੱਕ ਬੰਨੇ ਪ੍ਰਸਾਦੀ ਹਾਥੀ ਹੈ, ਇੱਕ ਬੰਨੇ ਨੀਲਾ ਘੋੜਾ ਹੈ। ਤੇ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਦਸਤਾਰ ਹੈ ਉਹਦੇ ਤੇ ਹੀਰਿਆਂ ਜਿਹੜੀ ਕਲਗੀ ਸ਼ੋਭਾ ਪਾ ਰਹੀ ਹੈ। ਇੱਕ ਬੰਨੇ 5 ਕਲਾ ਸ਼ਸਤਰ ਪਿਆ ਹੈ। ਏਡੀ ਸ਼ਾਹੀ ਠਾਠ ਬਾਠ ਵੇਖ ਕੇ ਪਹਾੜੀ ਰਾਜੇ ਵੀ ਹੈਰਾਨ ਹੋ ਗਏ ਕਿ ਮਨਾ ਤੂੰ ਕਾਹਦਾ ਹੰਕਾਰ ਕਰਦਾ? ਗੁਰੂ ਗੋਬਿੰਦ ਸਿੰਘ ਤੇ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਹੈ। ਤੋ ਸਾਧ ਸੰਗਤ, ਮੇਰੇ ਕਹਿਣ ਤੋਂ ਭਾਵ ਕਿ ਸਤਿਗੁਰੂ ਨੇ ਜੇ ਪਦਾਰਥ ਦਿੱਤੇ ਤੇ ਉਹਦਾ ਸੁੱਖ ਲੈਣਾ ਚਾਹੀਦਾ ਹੈ। ਪਰ ਸੂਮ ਵਿਅਕਤੀ ਜਿਹੜਾ ਉਹ ਕਦੇ ਸੁੱਖ ਨਹੀਂ ਲੈਂਦਾ। ਉਹ ਇਹੋ ਹੀ ਸੋਚਦਾ ਹੈ ਕਿ ਮੈਂ ਇਹਦਾ ਮਾਲਕ ਹਾਂ। ਪਰ ਮਹਾਰਾਜ ਕਹਿੰਦੇ ਉਹ ਅਸਲ 'ਚ ਮੂਰਖ ਹੈ। ਚਮਕਾ ਡੰਡ ਮੂੜ ਮਹਿ ਲਾਗੈ, ਖਿਨ ਮਹਿ ਕਰੈ ਨਵੇਰਾ। ਸਾਹਿਬ ਕਹਿੰਦੇ ਵੀ ਜਦੋਂ ਜਮਾਂ ਦਾ ਡੰਡ ਲੱਗਦਾ ਨਾ, ਜਦੋਂ ਮੌਤ ਆਉਂਦੀ ਹੈ ਤੇ ਰੱਬ ਫੇ 1 ਮਿੰਟ 'ਚ ਨਵੇੜਾ ਕਰ ਦਿੰਦਾ ਹੈ ਵੀ ਅੱਜ ਨੂੰ ਸਾਂਭ ਕੇ ਰੱਖਿਆ ਵੀ ਬੈਲੈਂਸ ਮੇਰਾ, ਜਾਇਦਾਦ ਮੇਰੀ, ਮੈਂ ਵਸੀਅਤ ਵੀ ਨਹੀਂ ਕਰਨੀ ਆਪਣੇ ਜਿਉਂਦਿਆਂ ਜੀ, ਤੇ ਮੇਰਾ ਹੈ। ਮਹਾਰਾਜ ਕਹਿੰਦੇ ਰੱਬ ਫੇ 1 ਮਿੰਟ 'ਚ ਨਵੇੜਾ ਕਰ ਦਿੰਦਾ ਹੈ ਵੀ ਇਹ ਜਾਇਦਾਦ ਕਿਹਦੀ ਹੈ, ਇਹ ਧਨ ਦੌਲਤ ਕਿਸ ਦਾ ਹੈ। ਭਗਤ ਸਦਾਵੈ, ਆਗਿਆ ਮਨ ਸੁਖ ਪਾਈ। ਭਗਤ ਕਬੀਰ ਜੀ ਕਹਿੰਦੇ ਜਿਨਨੇ ਗੁਰੂ ਦੀ ਆਗਿਆ ਮੰਨੀ ਤੇ ਗੁਰੂ ਦੀ ਬਾਣੀ ਦੇ ਮੁਤਾਬਕ ਜੀਵਨ ਬਤੀਤ ਕੀਤਾ ਨਾ, ਪਰਮਾਤਮਾ ਦਾ ਨਾਮ ਜਪਿਆ, ਸ਼ਬਦ ਦੇ ਮੁਤਾਬਕ ਜ਼ਿੰਦਗੀ ਬਤੀਤ ਕੀਤੀ, ਕਹਿੰਦੇ ਹਰ ਜਨ ਊਤਮ ਭਗਤ ਸਦਾਵੈ। ਉਹ ਦੁਨੀਆ ਦੇ ਉੱਤੇ ਉੱਤਮ ਹੈ, ਭਗਤ ਉਹੀ ਸਦਾ ਸਕਦਾ ਹੈ। ਜੋ ਤਿਸ ਭਾਵੈ ਸਤ ਕਰ ਮਾਨੈ, ਭਾਣਾ ਮਨ ਵਸਾਈ। ਫਿਰ ਇਹੋ ਜੇ ਗੁਰਮੁਖ ਪਿਆਰਿਆਂ ਲਈ ਲਿਖਿਆ ਵੀ ਜੋ ਪਰਮੇਸ਼ਰ ਵਾਹਿਗੁਰੂ ਕਰੇ, ਇਹੋ ਜੇ ਰੱਬ ਦੇ ਪਿਆਰੇ ਭੈ ਭਾਵਨੀ 'ਚ ਰਹਿ ਕੇ ਉਹਨੂੰ ਸਤ ਕਰਕੇ ਮੰਨ ਲੈਂਦੇ ਨੇ ਤੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਆਪਣੀ ਜ਼ਿੰਦਗੀ 'ਚ ਵਸਾ ਕੇ ਰੱਖਦੇ ਹਨ। ਕਹੈ ਕਬੀਰ ਇਹ ਸੰਤੋ, ਮੇਰੀ ਮੇਰੀ ਝੂਠੀ। ਭਗਤ ਕਬੀਰ ਜੀ ਕਹਿੰਦੇ ਹੇ ਸੰਗਤ ਜੀ, ਇੱਥੇ ਸੰਤ ਹੋ ਬਹੁਵਚਨ ਸ਼ਬਦ ਹੈ। ਮਹਾਰਾਜ ਸਾਨੂੰ ਸਭ ਨੂੰ ਸੰਬੋਧਨ ਕਰ ਰਹੇ ਨੇ। ਤੋ ਭਗਤ ਜੀ ਕਹਿੰਦੇ ਵੀ ਜਿਹੜੀ ਮੈਂ ਮੇਰੀ ਹੈ ਨਾ, ਬੰਦਾ ਮੇਰੀ ਮੇਰੀ ਕਰੀ ਜਾਂਦਾ ਹੈ, ਮੇਰਾ ਮੇਰਾ ਹੀ ਕਰੀ ਜਾਂਦਾ ਹੈ। ਭਗਤ ਜੀ ਕਹਿੰਦੇ ਇਹ ਸਭ ਕੁਝ ਦੁਨੀਆ ਦੇ ਉੱਤੇ ਝੂਠ ਹੈ। ਚਿਰਗਟ ਫਾਰ ਚਟਾਰਾ ਲੈ ਗਇਓ, ਤਰੇ ਤਾਗਰੇ ਛੂਟੀ। ਚਿਰਗਟ ਦਾ ਅਰਥ ਹੈ ਪਿੰਜਰਾ ਤੇ ਚਟਾਰੇ ਦਾ ਅਰਥ ਹੈ ਚਿੜਾ। ਕਹਿੰਦੇ ਵੀ ਜਿਵੇਂ ਇੱਕ ਪਿੰਜਰੇ ਦੇ ਅੰਦਰ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਚਿੜਾ ਜਾਂ ਕੋਈ ਪੰਛੀ ਹੁੰਦਾ ਹੈ ਨਾ, ਤੇ ਸਾਧ ਸੰਗਤ ਜਦੋਂ ਕੋਈ ਆਪਾਂ ਅਕਸਰ ਦੇਖਦੇ ਹਾਂ ਕਿ ਉਹਦੇ ਤੇ ਮੌਤ ਦਾ ਹੱਲਾ ਹੋਣ ਲੱਗਦਾ ਹੈ, ਸ਼ਿਕਾਰੀ ਉਹਨੂੰ ਫੜ ਲੈਂਦਾ ਹੈ, ਤਾਂ ਉਸ ਤਰੀਕੇ ਨਾਲ ਫਿਰ ਬਾਅਦ ਵਿੱਚ ਉਹ ਖਾਲੀ ਠੂਠੀ ਰਹਿ ਜਾਂਦੀ, ਭਾਂਡਾ ਹੀ ਰਹਿ ਜਾਂਦਾ ਹੈ ਜਿਹਦੇ ਵਿੱਚੋਂ ਉਹ ਪੰਛੀ ਕੈਦ ਹੋਇਆ ਕੁਝ ਨਾ ਕੁਝ ਜਲ ਪਾਣੀ ਗ੍ਰਹਿਣ ਕਰਦਾ ਸੀ। ਤਾਂ ਇਦਾਂ ਹੀ ਜਦੋਂ ਫਿਰ ਰੱਬ ਦਾ ਹੁਕਮ ਆਉਂਦਾ ਹੈ ਨਾ, ਤੇ ਸਤਿਕਾਰਯੋਗ ਸਾਧ ਸੰਗਤ ਅੰਦਰੋਂ ਹੰਸ ਆਤਮਾ ਜਿਹੜੀ ਉਹ ਉਡਾਰੀ ਮਾਰ ਜਾਂਦੀ ਹੈ ਤੇ ਸਰੀਰ ਕੱਲਾ ਪਿੰਜਰਾ ਹੀ ਰਹਿ ਜਾਂਦਾ ਹੈ। ਭਗਤ ਕਬੀਰ ਜੀ ਕਹਿੰਦੇ ਫਿਰ ਮਾਣ ਕਾਹਦਾ ਇਸ ਪਿੰਜਰੇ ਦਾ। ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਤੋ ਇਹ ਸੀ ਅੱਜ ਦਾ ਪਾਵਨ ਪਵਿੱਤਰ ਸ਼ਬਦ। ਦੂਸਰਾ ਸਾਧ ਸੰਗਤ, ਬਹੁਤ ਹੀ ਸਤਿਕਾਰਯੋਗ ਮਹਾਨ ਗੁਰਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦਾ ਜੋੜ ਮੇਲਾ ਚੱਲ ਰਿਹਾ ਹੈ। ਔਰ ਸਾਡੀ ਰਵਾਇਤ ਦੇ ਮੁਤਾਬਕ ਇਹ ਜਿਹੜਾ ਜੋੜ ਮੇਲਾ ਹੈ, ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਆਗਮਨ ਹੋਣਾ ਹੈ ਤੇ ਉਸ ਤੋਂ ਪਹਿਲਾਂ ਸਤਿਕਾਰਯੋਗ ਮਾਤਾ ਗੰਗਾ ਜੀ ਨੇ ਸਾਧ ਸੰਗਤ ਉਸ ਮਹਾਨ ਪਾਵਨ ਪਵਿੱਤਰ ਰੂਹ ਗੁਰਸਿੱਖ ਬਾਬਾ ਬੁੱਢਾ ਸਾਹਿਬ, ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਕਹਿਣ ਤੇ ਉਹਨਾਂ ਕੋਲੋਂ ਅਰਦਾਸ ਕਰਵਾਈ ਉਸ ਧਰਤੀ ਤੇ ਜਾ ਕੇ, ਤੇ ਸਾਨੂੰ ਜਾਣ ਦਾ ਤਰੀਕਾ ਵੀ ਸਮਝਾਇਆ। ਇਹ ਨਹੀਂ ਵੀ ਗੁਰੂ ਮਹਿਲ ਕੋਈ ਭੁੱਲ ਕਰ ਗਏ, ਵੀ ਉਹਨਾਂ ਨੂੰ ਪਹਿਲਾਂ ਪਤਾ ਨਹੀਂ ਸੀ ਜਾਣਾ ਕਿਵੇਂ ਹੈ। ਉਹ ਸਾਡੇ ਲਈ ਦੁਨਿਆਵੀ ਕਲਯੁਗੀ ਜੀਵਾਂ ਲਈ ਸਮਝਾਉਣ ਵਾਸਤੇ ਉਹਨਾਂ ਨੇ ਸਾਧ ਸੰਗਤ ਇਹ ਕੌਤਕ ਕੀਤਾ ਹੈ ਸਤਿਗੁਰੂ ਨੇ, ਕਿ ਸਾਨੂੰ ਸਮਝ ਪੈ ਜਾਵੇ ਵੀ ਜਦੋਂ ਕਿਤੇ
ਅਰਦਾਸ ਕਰਨ ਵਾਸਤੇ ਵੀ ਜਾਣਾ ਹੋਵੇ, ਬਖਸ਼ਿਸ਼ ਲੈਣ ਲਈ ਵੀ ਜਾਣਾ ਹੋਵੇ ਨਾ, ਤੇ ਫਿਰ ਕਦੇ ਵੀ ਹੰਕਾਰ ਕਰਕੇ ਨਹੀਂ, ਬੜੇ ਪਿਆਰ ਸਤਿਕਾਰ ਨਾਲ, ਨਿਮਰਤਾ ਨਾਲ ਤੇ ਸਾਧ ਸੰਗਤ ਫੇਰ ਜਾ ਕੇ ਬਖਸ਼ਿਸ਼ ਪ੍ਰਾਪਤ ਕਰੀਦੀ ਹੈ। ਤੋ ਮਹਾਰਾਜ ਆਪਣੇ ਸਿੱਖਾਂ ਨੂੰ ਵਡਿਆਈ ਦਿੰਦੇ ਰਹੇ ਨੇ ਸ਼ੁਰੂ ਤੋਂ। ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ, ਭਾਈ ਗੁਰਮੁਖ ਜੀ ਨੇ ਮਹਾਰਾਜ ਨੂੰ ਕਿਹਾ ਵੀ ਸੱਚੇ ਪਾਤਸ਼ਾਹ ਦੁਨੀਆ ਤੇ ਕੋਈ ਬ੍ਰਹਮ ਗਿਆਨੀ ਹੈ? ਤੇ ਮਹਾਰਾਜ ਕਹਿਣ ਲੱਗੇ ਜਾਓ ਭਾਈ ਭਿਖਾਰੀ ਦੇ ਦਰਸ਼ਨ ਕਰ ਲਓ। ਹੁਣ ਇਹਦਾ ਮਤਲਬ ਵੀ ਗੁਰੂ ਸਾਹਿਬ ਉੱਥੇ ਵੀ ਕੋਈ ਸਿੱਖ ਦੇ ਦਰਸ਼ਨ ਕਰਾ ਸਕਦੇ ਸੀ, ਉਹਨਾਂ ਨੇ ਉਧਰ ਹੀ ਕਿਉਂ ਘੱਲਿਆ? ਸਿੱਖ ਨੂੰ ਵਡਿਆਈ ਦਿੱਤੀ। ਤੋ ਸਾਧ ਸੰਗਤ ਇਸੇ ਤਰ੍ਹਾਂ ਇੱਕ ਲੰਗਾ ਨਾਂ ਦਾ ਸਿੱਖ, ਉਹਦੀ ਲੱਤ ਟੁੱਟੀ ਸੀ ਤੇ ਗੁਰੂ ਅਮਰਦਾਸ ਮਹਾਰਾਜ ਨੂੰ ਕਹਿਣ ਲੱਗਾ ਵੀ ਕਿਰਪਾ ਕਰੋ ਮੇਰੀ ਲੱਤ ਠੀਕ ਹੋ ਜਾਵੇ। ਸਤਿਗੁਰੂ ਜੀ ਕਹਿੰਦੇ ਜਾ ਸ਼ਾਹ ਹੁਸੈਨ ਕੋ ਚਲੇ ਜਾ। ਤੋ ਇਹਦਾ ਮਤਲਬ ਵੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਗੁਰਸਿੱਖਾਂ ਨੂੰ ਵਡਿਆਈ ਦਿੰਦੇ ਰਹੇ ਆ। ਅੱਜ ਦੀ ਜਿਹੜੀ ਰਵਾਇਤ ਹੈ, ਅੱਜ ਦਾ ਜਿਹੜਾ ਸਾਡਾ ਜੋੜ ਮੇਲਾ ਹੈ ਬਾਬਾ ਜੀ ਦਾ, ਇਹ ਵੀ ਇਸ ਗੱਲ ਦਾ ਪ੍ਰਤੀਕ ਹੈ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਘਰ ਵਿੱਚ ਅਜੇ ਦੁਨਿਆਵੀ ਤੌਰ ਤੇ ਔਲਾਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਆਗਮਨ ਨਹੀਂ ਹੋਇਆ, ਤੇ ਇਤਿਹਾਸ ਪੜ੍ਹ ਕੇ ਵੇਖੀਏ ਤੇ ਬਹੁਤ ਕੁਝ ਲਿਖਿਆ ਹੈ ਕਿ ਜਿਵੇਂ ਪ੍ਰਿਥੀ ਚੰਦ ਦੀ ਘਰਵਾਲੀ ਨੇ ਇੱਕ ਵਾਰ ਸੋਹਣੇ ਬਸਤਰ ਸੁੱਕਣੇ ਪਾਉਂਦਿਆਂ ਵੀ ਮਾਤਾ ਗੰਗਾ ਜੀ ਨੂੰ ਦੇਖਿਆ ਤੇ ਮਨ ਵਿੱਚ ਆਇਆ ਤੇ ਆਪਣੇ ਸਿਰ ਦੇ ਸਾਈਂ ਨਾਲ ਪ੍ਰਿਥੀ ਚੰਦ ਨਾਲ ਗੱਲ ਕੀਤੀ ਕਿ ਜੇਕਰ ਤੁਸੀਂ ਗੁਰੂ ਹੁੰਦੇ ਤੇ ਫੇਰ ਇਹ ਜਿਹੜੀਆਂ ਕੀਮਤੀ ਵਸਤੂਆਂ ਸੀ ਇਹਦੇ ਮਾਲਕ ਮੈਂ ਹੋਣਾ ਸੀ। ਤੋ ਅੱਗੋਂ ਪ੍ਰਿਥੀ ਚੰਦ ਕਹਿੰਦਾ ਵੀ ਗੁਰੂ ਦੇ ਘਰ 'ਚ ਕਿਹੜੀ ਔਲਾਦ ਹੋਣੀ ਹੈ, ਮੇਰਾ ਪੁੱਤਰ ਮਿਹਰਬਾਨ ਉਹ ਗੁਰੂ ਦੇ ਵਾਹਵਾ ਹੀ ਨੇੜੇ ਹੈ, ਇਸ ਕਰਕੇ ਹੋ ਸਕਦਾ ਹੈ ਕਿ ਮੇਰੇ ਹੀ ਪੁੱਤਰ ਨੂੰ ਗੁਰੂ ਅਰਜਨ ਦੇਵ ਮਹਾਰਾਜ ਆਉਣ ਵਾਲੇ ਸਮੇਂ 'ਚ ਗੱਦੀ ਦੇ ਜਾਣ। ਪਰ ਸਾਧ ਸੰਗਤ ਮਿਹਰਬਾਨ ਬਾਰੇ ਲਿਖਿਆ ਹੈ ਵੀ ਮਿਹਰਬਾਨ ਪੁੱਤ ਪਿਰਥੀਏ ਦਾ ਕਬੀਸ਼ਰੀ ਕਰੇ, ਹਿੰਦੀ ਗੁਰਮੁਖੀ ਫਾਰਸੀ ਪੜ੍ਹਿਆ ਤੇ ਬੜਾ ਸੀ, ਤਿੰਨ ਵੀ ਬਾਣੀ ਬਹੁਤ ਬਣਾਈ, ਉਹਨੇ ਬਾਣੀ ਵੀ ਬੜੀ ਲਿਖੀ, ਪਰ ਭੋਗ ਗੁਰੂ ਨਾਨਕ ਜੀ ਕਾ ਹੀ ਪਾਈ। ਅਖੀਰ ਤੇ ਇਹਨੇ ਗੁਰੂ ਨਾਨਕ ਸਾਹਿਬ ਦਾ ਨਾਮ ਵਰਤ ਲੈਣਾ, ਪਰ ਗੁਰੂ ਨਾਨਕ ਦਾ ਨਾਂ ਤੇ ਗੁਰੂ ਜੋਤ ਹੀ ਵਰਤ ਸਕਦੀ ਹੈ ਨਾ, ਇਸ ਕਰਕੇ ਇਹਨੂੰ ਫਿਰ ਮੀਣਾ ਵੀ ਕਿਹਾ, ਇਹਦੀ ਔਲਾਦ ਨੂੰ ਵੀ। ਤੇ ਸਾਧ ਸੰਗਤ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਸੁਚੇਤ ਵੀ ਕੀਤਾ। ਤੋ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ। ਅਰਦਾਸ ਦੀ ਐਸੀ ਕਲਾ ਵਰਤੀ ਵੇਖੋ ਕਿ ਅੱਸੂ ਦੇ ਮਹੀਨੇ ਦਾ ਇਹ ਜੋੜ ਮੇਲਾ ਤੇ ਹਾੜ 'ਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੁੰਦਾ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਆਗਮਨ ਦੀ ਬਾਬਤ ਆਪਾਂ ਬਾਣੀ 'ਚ ਇੱਕ ਬਚਨ ਵੀ ਪੜ੍ਹਦੇ ਹਾਂ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ। ਤੋ ਮਹਾਰਾਜ ਨੇ ਜਦੋਂ ਬਾਬਾ ਜੀ ਨੇ ਅਕਾਲ ਪੁਰਖ ਦੇ ਚਰਨਾਂ 'ਚ ਜੋਦੜੀ ਕੀਤੀ, ਬੇਨਤੀ ਕੀਤੀ ਤੇ ਨਾਲ ਗੰਢੇ ਦੇ ਉੱਤੇ ਮੁੱਕੀ ਮਾਰ ਕੇ ਜਦੋਂ ਗੰਢਾ ਭੰਨਿਆ ਨਾ ਤੇ ਇਹ ਗੱਲ ਕਹੀ ਸੀ, ਗੰਗਾ ਜੀ ਤੁਹਾਡੇ ਕੁੱਖ ਤੋਂ ਐਸਾ ਮਹਾਨ ਸਪੂਤ ਪੈਦਾ ਹੋਵੇਗਾ ਜਿਹੜਾ ਆਉਣ ਵਾਲੇ ਸਮੇਂ ਵਿੱਚ ਜ਼ਾਲਮਾਂ ਦੇ ਸਿਰ ਇਸ ਤਰ੍ਹਾਂ ਭੰਨੇਗਾ ਜਿਵੇਂ ਮੈਂ ਗੰਢੇ ਤੇ ਮੁੱਕੀ ਮਾਰ ਕੇ ਭੰਨਿਆ ਹੈ। ਅੱਜ ਸਾਡੀ ਰਵਾਇਤ ਹੈ ਕਿ ਖਾਲਸਾ ਜੀ ਉਸ ਅਸਥਾਨ ਤੇ ਵੇਖੋ ਸਿੱਖਾਂ ਦੀ ਵਡਿਆਈ, ਪੰਜਾਬ ਦੀ ਧਰਤੀ ਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵੱਡਾ ਜੋੜ ਮੇਲਾ ਸ਼ਹੀਦੀ ਸਭਾ ਜਿਹਨੂੰ ਕਹਿੰਦੇ, ਉਹਦੇ ਤੋਂ ਬਾਅਦ ਜੇ ਵੱਡਾ ਇਕੱਠ ਕਿਸੇ ਅਸਥਾਨ ਤੇ ਹੈ 40-50 ਲੱਖ ਦਾ ਇਕੱਠ ਜਿੱਥੇ ਸੰਗਤਾਂ ਦਰਸ਼ਨ ਕਰਨ ਆਉਂਦੀਆਂ, ਉਹ ਮਹਾਨ ਗੁਰਸਿੱਖ ਬਾਬਾ ਬੁੱਢਾ ਸਾਹਿਬ। ਤੇ ਜਾਈਏ ਵੀ ਕਿਉਂ ਨਾ, ਕਿਉਂਕਿ ਸਾਧ ਸੰਗਤ ਜਦੋਂ ਅਸੀਂ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ ਤੇ ਸਾਧ ਸੰਗਤ ਜੀ ਸੱਚਮੁੱਚ ਹੀ ਕਿਤੇ ਵੀ ਗੁਰੂ ਸਾਹਿਬ ਜੀ ਦੇ ਹੁਕਮ ਤੋਂ ਖਿੰਨ ਮਾਤਰ ਵੀ ਬਾਬਾ ਬੁੱਢਾ ਸਾਹਿਬ ਇੱਧਰ ਉੱਧਰ ਨਹੀਂ ਹੋਏ। ਵੈਸੇ ਉਹਨਾਂ ਦਾ ਜਨਮ ਪਿੰਡ ਕੱਥੂ ਨੰਗਲ ਦਾ ਹੈ। ਪਿਤਾ ਜੀ ਸੁੱਗਾ ਰੰਧਾਵਾ ਤੇ ਮਾਤਾ ਗੌਰਾਂ ਜੀ। ਰੰਧਾਵਾ ਉਹਨੂੰ ਕਿਹਾ ਜਾਂਦਾ ਸੀ, ਉਹ ਗੋਤ ਹੈ ਵੀ ਜਿਹੜੇ ਰਣ ਧਾਵੇ, ਵੀ ਜਿਹੜੇ ਰਣ ਦੇ ਵਿੱਚ ਯੁੱਧ ਦੇ ਵਿੱਚ ਧਾ ਕੇ ਜਾਂਦੇ ਸਨ। ਤੋਂ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਸਿੱਖ ਜਦੋਂ ਥੋੜਾ ਜਿਹਾ ਵੱਡਾ ਹੋਇਆ ਨਾ ਤੇ ਆਪਣੇ ਇਲਾਕੇ ਵਿੱਚ ਮੱਝਾਂ ਗਾਵਾਂ ਚਾਰ ਰਿਹਾ, ਕਿਉਂਕਿ ਜ਼ਿਮੀਂਦਾਰਾਂ ਦਾ ਪੁੱਤ ਸੀ ਤੇ ਇਹ ਜਿਹੜਾ ਧੰਦਾ ਹੈ ਇਹ ਤੇ ਸਾਡੇ ਦਾਦੇ ਬਾਬੇ ਆਪਣੇ ਬੱਚਿਆਂ ਨੂੰ ਸ਼ੁਰੂ 'ਚ ਹੀ ਦੇ ਦਿੰਦੇ ਸੀ। ਇਧਰ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਕਿਤੇ ਚੱਲਦੇ ਚੱਲਦੇ ਆਏ। ਪਿੰਡ ਦੀ ਜੂਹ ਦੇ ਬਾਹਰ ਭਾਈ ਮਰਦਾਨੇ ਨੇ ਰਬਾਬ ਛੇੜੀ ਤੇ ਗੁਰੂ ਨਾਨਕ ਸਾਹਿਬ ਨੇ ਕੀਰਤਨ ਕੀਤਾ। ਯਾਦ ਰੱਖਣਾ, ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਪਹਿਲਾ ਰਬਾਬੀ ਹੈ। ਗੁਰੂ ਨਾਨਕ ਸਾਹਿਬ ਸਿੱਖ ਧਰਮ ਦੇ ਪਹਿਲੇ ਕੀਰਤਨੀਏ ਨੇ। ਤੇ ਜਦੋਂ ਰਲ ਕੇ ਗੁਰੂ ਸ਼ਬਦ ਦਾ ਗਾਇਨ ਕਰਦੇ ਸੀ ਨਾ, ਬੰਦਾ ਤਾਂ ਦੂਰ ਦੀ ਗੱਲ, ਪੰਛੀ ਵੀ ਮੰਤਰ ਮੁਗਧ ਹੋ ਜਾਇਆ ਕਰਦੇ ਸਨ।
ਜਦੋਂ ਸਤਿਗੁਰਾਂ ਨੇ ਕੀਰਤਨ ਕੀਤਾ ਤੇ 12 ਕੁ ਸਾਲ ਦੇ ਬਾਲਕ ਦੇ ਕੰਨਾਂ 'ਚ ਆਵਾਜ਼ ਪਈ। ਉਹਦੇ ਮਨ ਵਿੱਚ ਆਇਆ ਵੀ ਇਹਨਾਂ ਦੀ ਕੋਈ ਸੇਵਾ ਕਰਨੀ ਚਾਹੀਦੀ। ਉਹਨੇ ਦੁੱਧ ਛਕਾਇਆ। ਦੁੱਧ ਕਿਵੇਂ ਛਕਾਇਆ? ਸ਼੍ਰੀਮਾਨ ਭਾਈ ਵੀਰ ਸਿੰਘ ਲਿਖਦੇ ਆ, ਝੱਟ ਉਤਰਿਆ ਖੂਏ ਅੰਦਰ ਟਿੰਡ ਕੱਢ ਇੱਕ ਲਿਆਇਆ, ਰੱਖੀ ਗਊ ਪਾਸ, ਰੱਖੀ ਟਿੰਡ ਪਾਸ ਉਸ ਆਪਣੇ, ਫਿਰ ਇੱਕ ਗਊ ਲਿਆਇਆ। ਸਾਧ ਸੰਗਤ ਜੀ, ਟਿੰਡ ਕੱਢੀ ਤੇ ਗਊ ਚੋ ਕੇ ਤੇ ਜਦੋਂ ਦੁੱਧ ਛਕਣ ਲਈ ਭੇਂਟ ਕੀਤਾ ਨਾ, ਮਹਾਰਾਜ ਨੇ ਨਾਲੇ ਦੁੱਧ ਛਕਿਆ ਤੇ ਨਾਲੇ 12 ਸਾਲ ਦਾ ਬਾਲਕ ਕਹਿੰਦਾ, ਸਤਿਗੁਰੂ ਜੀ ਕੋਈ ਰੱਬ ਦੇ ਘਰ ਦੀ ਗੱਲ ਸੁਣਾਓ। ਮਹਾਰਾਜ ਕਹਿਣ ਲੱਗੇ ਵੀ ਬੇਟਾ ਤੇਰੀ ਉਮਰ ਬੜੀ ਛੋਟੀ ਹੈ, ਤੇਰੇ ਨਾਲ ਦੇ ਸਾਥੀ ਹੱਸਦੇ ਖੇਡਦੇ ਆ, ਨੱਚਦੇ ਟੱਪਦੇ ਫਿਰਦੇ, ਵੇਖ ਮੱਝਾਂ ਗਾਵਾਂ ਚਾਰ ਰਹੇ ਨੇ, ਕੋਈ ਪਤਾ ਨਹੀਂ ਕਿਸੇ ਨੂੰ ਰੱਬ ਕੀ ਹੈ, ਪ੍ਰਮਾਤਮਾ ਕੀ ਹੈ। ਉਹਨਾਂ ਫਿਰ 2-3 ਉਦਾਹਰਨਾਂ ਦਿੱਤੀਆਂ, ਇਤਿਹਾਸ ਵਿੱਚ ਬੜੀਆਂ ਪਿਆਰੀਆਂ ਲਿਖੀਆਂ ਨੇ। ਬਾਬਾ ਜੀ ਕਹਿਣ ਲੱਗੇ, ਮਹਾਰਾਜ ਕੱਲ ਪਰਸੋਂ ਸਾਡੇ ਪਿੰਡ ਹਾਕਮ ਆਏ, ਪੱਕੀ ਫਸਲ ਧੱਕੇ ਨਾਲ ਸਿਪਾਹੀ ਵੱਢ ਕੇ ਲੈ ਗਏ, ਜਿਹੜੀ ਕੱਚੀ ਸੀ ਹਰੀ ਸੀ ਘੋੜੇ ਚਰ ਗਏ, ਤੇ ਜਿਹੜੀ ਡੱਡਰੀ ਸੀ ਉਹ ਵੀ ਨਹੀਂ ਛੱਡੀ। ਤੇ ਮੇਰੇ ਮਨ ਵਿੱਚ ਆਇਆ, ਮਨਾ ਅਸੀਂ ਵੀ ਤੇ ਰੱਬ ਦੀ ਖੇਤੀ ਆ ਨਾ, ਪਤਾ ਨਹੀਂ ਵੀ ਵਾਹਿਗੁਰੂ ਦਾ ਕਿਹੜੇ ਵੇਲੇ ਬੁਲਾਵਾ ਆ ਜਾਵੇ ਕਿ ਜਦੋਂ ਮੌਤ ਦਾ ਅੱਖਰ ਪੈ ਗਿਆ, ਉਹ ਭਾਵੇਂ ਬਚਪਨ ਹੈ, ਭਾਵੇਂ ਜਵਾਨੀ ਹੈ ਤੇ ਭਾਵੇਂ ਬੁਢੇਪਾ ਹੈ, ਬੰਦੇ ਨੂੰ ਸਭ ਕੁਝ ਛੱਡ ਕੇ ਤਿਆਗ ਕੇ ਤੁਰਨਾ ਪੈਂਦਾ ਹੈ। ਆਪਾਂ ਬਾਣੀ 'ਚ ਵੀ ਪੜ੍ਹਦੇ ਨਾ ਸਾਧ ਸੰਗਤ, ਜੈਸੇ ਕਿਰਸਾਨ ਬੋਵੈ ਕਿਰਸਾਨੀ, ਕਾਚੀ ਪਾਕੀ ਬਾੜ ਪਰਾਨੀ। ਤੇ ਦੂਜੀ ਉਦਾਹਰਨ ਦਿੱਤੀ ਕਿ ਮਹਾਰਾਜ ਮੇਰੀ ਮਾਂ ਜਦੋਂ ਚੁੱਲ੍ਹੇ ਤੇ ਲੰਗਰ ਤਿਆਰ ਕਰ ਰਹੀ ਸੀ ਨਾ, ਪ੍ਰਸ਼ਾਦਾ, ਮੈਂ ਵੇਖਿਆ ਵੀ ਜਿਹੜੀਆਂ ਲੱਕੜਾਂ ਉਹਨੇ ਚੁੱਲ੍ਹੇ 'ਚ ਡਾਈਆਂ ਨਾ, ਉਹ ਨਿੱਕੀਆਂ ਲੱਕੜਾਂ ਨੂੰ ਅੱਗ ਪਹਿਲਾਂ ਪੈ ਰਹੀ ਸੀ ਤੇ ਵੱਡੀਆਂ ਬਾਅਦ ਵਿੱਚ। ਮੈਂ ਕਿਹਾ ਮੌਤ ਦਾ ਕਿਹੜਾ ਸਮਾਂ ਵੀ ਕਿਹੜੇ ਸਮੇਂ ਆ ਜਾਵੇ। ਇਸ ਕਰਕੇ ਜਦੋਂ ਜਾਗੇ ਉਦੋਂ ਸਵੇਰਾ। ਸਤਿਗੁਰੂ ਜੀ ਮੁਸਕਰਾ ਕੇ ਕਹਿੰਦੇ, ਤੇਰਾ ਨਾਂ ਕੀ ਆ? ਗੱਲਾਂ ਬੜੀਆਂ ਭਲੀਆਂ ਕਰਦਾ ਹੈ। ਤੇ 12 ਸਾਲ ਦਾ ਬਾਲਕ ਕਹਿੰਦਾ, ਜੀ ਮੇਰੀ ਮਾਂ ਨੇ ਮੇਰਾ ਨਾਂ ਬੂੜਾ ਰੱਖਿਆ ਹੈ। ਸਤਿਗੁਰੂ ਜੀ ਕਹਿਣ ਲੱਗੇ, ਨਾਂ ਤਾਂ ਬੂੜਾ ਹੈ ਪਰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈ, ਇਸ ਕਰਕੇ ਅੱਜ ਤੋਂ ਬਾਅਦ ਤੂੰ ਗੁਰੂ ਨਾਨਕ ਸਾਹਿਬ ਦੇ ਘਰ ਦਾ ਬਾਬਾ ਬੁੱਢਾ ਬਣ ਕੇ ਸੇਵਾ ਕਰਾਂਗਾ। ਸਾਧ ਸੰਗਤ ਜੀ, ਇੱਕ ਸ਼ਬਦ ਮੈਂ ਤੁਹਾਡੀ ਆਪ ਜੀ ਨੂੰ ਜ਼ਰੂਰ ਬੇਨਤੀ ਕਰਨੀ ਚਾਹੁੰਦਾ, ਮੁਆਫੀ ਮੰਗ ਕੇ। ਇੱਕ ਸ਼ਬਦ ਹੈ ਬਾਬਾ ਤੇ ਇੱਕ ਸ਼ਬਦ ਹੈ ਬੁੱਢਾ। ਅਸੀਂ ਕਈ ਵਾਰ ਜਦੋਂ ਦੇਖਦੇ ਆ ਨਾ, ਛੋਟੇ ਬੱਚੇ ਜਦੋਂ ਅੰਮ੍ਰਿਤ ਛਕ ਲੈਣ ਤੇ ਨਾਲ ਦੇ ਸਾਥੀ ਉਹਨੂੰ ਬਾਬਾ ਕਹਿਣਾ ਸ਼ੁਰੂ ਕਰ ਦਿੰਦੇ ਜਮਾਤ 'ਚ। ਆ ਗੁਰਮਤ ਕੈਂਪ ਲਾਉਂਦੇ ਆ ਜਿਹੜੇ ਧਰਮ ਪ੍ਰਚਾਰ ਕਮੇਟੀ ਵੱਲੋਂ ਸਾਡੀਆਂ ਟੀਮਾਂ ਲਾਉਂਦੀਆਂ ਨੇ, ਸਾਨੂੰ ਜਾਣ ਦਾ ਮੌਕਾ ਮਿਲਦਾ। ਬੱਚੇ ਕਹਿੰਦੇ ਸਾਨੂੰ ਬਾਬਾ ਕਹਿੰਦੇ ਆ, ਤੇ ਮੈਂ ਕਹਿੰਦਾ ਹੁੰਦਾ ਵੀ ਵੇਖੋ, ਜੇ ਛੋਟੀ ਉਮਰ 'ਚ ਬਾਬਾ ਕੋਈ ਕਹਿਣਾ ਸ਼ੁਰੂ ਕਰ ਦੇ, ਇਹਦੇ ਤੋਂ ਵੱਡੀ ਹੋਰ ਗੱਲ ਕੀ ਹੋ ਸਕਦੀ ਹੈ। ਅਸੀਂ ਕਈ ਵਾਰ ਕੰਨੀ ਕਤਰਾਉਨੇ ਇਸ ਸ਼ਬਦ ਤੋਂ, ਪਰ ਸਾਰੀ ਉਮਰ ਉਹਨੂੰ ਬਾਬਾ ਕਿਹਾ ਗਿਆ। 12 ਸਾਲ ਤੋਂ ਲੈ ਕੇ ਵੇਖੋ, ਬਚਪਨ 'ਚ ਵੀ ਬਾਬਾ ਹੀ, ਉਹ ਜਵਾਨੀ 'ਚ ਵੀ ਬਾਬਾ ਤੇ ਬਜ਼ੁਰਗੀ 'ਚ ਵੀ ਬਾਬਾ। ਤੇ ਦੂਜਾ ਸ਼ਬਦ ਹੈ ਬੁੱਢਾ। ਜਿੱਦਣ ਗੁਰੂ ਨਾਨਕ ਸਾਹਿਬ ਨੇ ਬੁੱਢਾ ਸ਼ਬਦ ਦੇਤਾ ਨਾ, ਸਾਰਾ ਇਤਿਹਾਸ ਪੜ੍ਹ ਕੇ ਵੇਖ ਲਓ ਸਾਧ ਸੰਗਤ। ਬਾਬਾ ਜੀ ਦੀ ਜਨਮ ਸਾਖੀ ਲਿਖੀ ਸਰਦਾਰ ਮੰਗਲ ਸਿੰਘ ਹਣਾ, ਮੈਂ ਪੜ੍ਹ ਰਿਹਾ ਸੀ, ਸਾਰਾ ਇਤਿਹਾਸ ਪੜ੍ਹ ਕੇ ਵੇਖ ਲਓ, ਕਿਤੇ ਵੀ ਉਹਦੇ ਤੋਂ ਬਾਅਦ ਬਾਬਾ ਜੀ ਨੇ ਇਹ ਨਹੀਂ ਕਿਹਾ ਵੀ ਮੇਰਾ ਨਾਮ ਬੂੜਾ ਹੈ। ਹੁਣ ਇੱਥੇ ਕੀ ਹਾਲਾਤ ਭਲਾ ਆਪਣੇ, ਬੰਦਾ 70-80 ਸਾਲ ਦਾ ਹੋ ਕੇ ਵੀ ਦਾੜੀ ਨੂੰ ਰੰਗ ਲਾਉਣਾ ਨਹੀਂ ਛੱਡਦਾ। ਕਿਉਂ? ਸਾਨੂੰ ਕੋਈ ਬਾਬਾ ਨਾ ਕਹਿ ਦੇ, ਸਾਨੂੰ ਕੋਈ ਬੁੱਢਾ ਨਾ ਕਹਿ ਦੇ। ਇਹੀ ਹਾਲਾਤ ਆ ਆਪਣੇ। ਮਾਫ ਕਰਨਾ, ਹੋ ਸਕਦਾ ਬਚਨ ਕੌੜਾ ਹੋਵੇ, ਅਸੀਂ ਬੁੱਢੇ ਬਣਨ ਲਈ ਤਿਆਰ ਹੀ ਨਹੀਂ। ਪਰ ਯਾਦ ਰੱਖਣਾ, ਗੁਰੂ ਨਾਨਕ ਦਾ ਘਰ ਕਹਿੰਦਾ, ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਇਹ ਦੋਵੇਂ ਸ਼ਬਦ ਹੋ ਸਕਦਾ ਵੀ ਅੱਜ ਸਮਾਜ ਵਿੱਚ ਅਸੀਂ ਕਹਿੰਦੇ ਹੋਈਏ ਵੀ ਸਾਨੂੰ ਕੋਈ ਬੁੱਢਾ ਨਾ ਕਵੇ ਤੇ ਸਾਨੂੰ ਕੋਈ ਬਾਬਾ ਨਾ। ਇਹ ਦੁਨੀਆ ਦਾ ਉਹ ਮਹਾਨ ਬਾਬਾ, ਬਾਬਾ ਬੁੱਢਾ ਸਾਹਿਬ ਹੈ, ਜਿਹੜਾ ਸਾਰੀ ਉਮਰ ਬਾਬਾ ਵੀ ਬਣ ਕੇ ਰਿਹਾ ਤੇ ਸਾਰੀ ਉਮਰ ਬੁੱਢਾ ਸਾਹਿਬ ਵੀ ਬਣ ਕੇ ਰਿਹਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਰਤਾਰਪੁਰ ਦੀ ਧਰਤੀ ਤੇ ਆਏ, ਕਰਤਾਰਪੁਰ ਵਸਾ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੇ। ਇਸ ਧਰਤੀ ਤੇ ਅਣਗਿਣਤ ਸਿੱਖ ਆਏ। ਭਾਈ ਲਹਿਣਾ ਜੀ 1532 ਚ ਆਏ ਤੇ 1539 ਤੱਕ ਇਸ ਧਰਤੀ ਤੇ ਰਹੇ। ਸਾਧ ਸੰਗਤ, ਇੱਕ ਆਖਰੀ ਪ੍ਰੀਖਿਆ ਲਈ ਮਹਾਰਾਜ ਨੇ। ਆਪਣੇ ਲੱਕ ਤੇ ਜੰਜੀਰ ਬੰਨ ਕੇ, ਇੱਕ ਹੱਥ ਵਿੱਚ ਪੱਥਰ ਫੜ ਕੇ, ਇੱਕ ਚ ਸੋਟਾ ਫੜ ਕੇ ਸਤਿਗੁਰੂ ਜੀ ਕਰਤਾਰਪੁਰ ਦੀ ਜੂਹ ਤੋਂ ਬਾਹਰ ਹੋ ਨਿਕਲੇ ਤੇ ਕਈਆਂ ਨੂੰ ਵੱਟੇ ਮਾਰੇ ਵੀ ਜਾਓ, ਚਲੇ ਜਾਓ, ਚਲੇ ਜਾਓ, ਵਾਪਸ ਮੁੜ ਜਾਓ। ਕਈ ਵਾਪਸ ਮੁੜ ਗਏ ਜਿਹੜੇ ਕੱਚੇ ਹੋਣਗੇ। ਅਖੀਰ ਤੇ ਜਦੋਂ ਵੇਖਿਆ ਵੀ ਬਾਬਾ ਬੁੱਢਾ ਨਹੀਂ ਜਾ ਰਿਹਾ ਤੇ ਮਹਾਰਾਜ ਕਹਿਣ ਲੱਗੇ, ਬੁੱਢਿਆ ਤੂੰ ਵੀ ਤੁਰ ਜਾ ਆਪਣੇ ਘਰ। ਬਾਬਾ ਜੀ ਨੇ ਹੱਥ ਜੋੜ ਕੇ ਕਿਹਾ, ਸਤਿਗੁਰੂ
ਜਿਨ੍ਹਾਂ ਦਾ ਆਪਣਾ ਘਰ ਸੀ ਉਹ ਆਪੋ ਆਪਣੇ ਘਰੀ ਚਲੇ ਗਏ ਆ, ਪਰ ਮੇਰਾ ਘਰ ਗੁਰੂ ਨਾਨਕ ਦਾ ਹਿਰਦਾ ਹੈ, ਤੇ ਗੁਰੂ ਨਾਨਕ ਦੇ ਚਰਨਾਂ ਨੂੰ ਛੱਡ ਕੇ ਬਾਬਾ ਬੁੱਢਾ ਕਿੱਥੇ ਜਾ ਸਕਦਾ ਹੈ। ਜਦੋਂ ਇਹ ਸ਼ਬਦ ਕਹੇ ਨਾ, ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਸੋਟਾ ਵੀ ਸਿੱਟਿਆ ਤੇ ਪੱਥਰ ਵੀ, ਤੇ ਗਲਵੱਕੜੀ 'ਚ ਲੈ ਕੇ ਇੱਕ ਅਸ਼ੀਰਵਾਦ ਦਿੱਤਾ, ਇੱਕ ਬਖਸ਼ਿਸ਼ ਦਿੱਤੀ ਇਸ ਸਿੱਖ ਨੂੰ ਕਿ ਬੁੱਢਿਆ ਤੇਰੇ ਤੋਂ ਓਲੇ ਕਦੇ ਨਾ ਹੋਸਾਂ, ਕਿ ਗੁਰੂ ਕਿਸੇ ਵੀ ਰੂਪ ਵਿੱਚ ਤੇ ਕਿਸੇ ਵੀ ਸਥਾਨ ਤੇ ਹੋਵੇ ਨਾ, ਦੁਨੀਆ ਤੋਂ ਲੱਖ ਓਲੇ ਹੋ ਸਕਦਾ, ਪਰ ਇਹ ਬਾਬਾ ਬੁੱਢਾ ਸਾਹਿਬ ਹੈ ਜਿਹਦੇ ਤੋਂ ਗੁਰੂ ਕਦੇ ਦੂਰ ਨਹੀਂ ਹੋ ਸਕਦਾ, ਵੱਖ ਨਹੀਂ ਹੋ ਸਕਦਾ। ਤੇ ਭਾਗਾਂ ਵਾਲਿਓ, ਅੱਜ ਐਵੇਂ ਨਹੀਂ ਬੀੜ ਬਾਬਾ ਬੁੱਢਾ ਸਾਹਿਬ ਲੱਖਾਂ ਦਾ ਇਕੱਠ, ਇਹ ਸਿਜਦਾ ਹੈ ਬਾਬਾ ਬੁੱਢਾ ਸਾਹਿਬ ਦੀ ਕਮਾਈ ਨੂੰ, ਇਹ ਸਿਜਦਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੀ ਵਡਿਆਈ ਆਪਣੇ ਸਿੱਖ ਨੂੰ ਬਖਸ਼ੀ। ਫੇਰ ਮਹਾਰਾਜ ਗੁਰੂ ਅੰਗਦ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਜਦੋਂ ਖਡੂਰ ਆ ਗਏ ਨਾ, ਇਤਿਹਾਸ ਕਹਿੰਦਾ ਹੈ ਵੀ ਇੱਕ ਦਿਨ ਬਾਬਾ ਜੀ ਸੇਵਾ ਕਰਦਿਆਂ ਕਰਦਿਆਂ ਥੋੜਾ ਜਿਹਾ ਕੀਰਤਨ ਸੁਣਨ ਲਈ ਲੇਟ ਹੋ ਗਏ, ਤੇ ਉਹਨਾਂ ਆ ਕੇ ਰਬਾਬੀਆਂ ਨੂੰ ਕਿਹਾ ਵੀ ਕੀਰਤਨ ਸਰਵਣ ਕਰਾਓ। ਉਹਨਾਂ ਕਿਹਾ ਜੀ ਸਮਾਂ ਲੰਘ ਗਿਆ, ਹੁਣ ਥੋੜੀ। ਸਤਿਗੁਰੂ ਜੀ ਅਗਲੇ ਦਿਨ ਗੁਰੂ ਅੰਗਦ ਸਾਹਿਬ ਆਪਣੀ ਗੱਦੀ ਤੇ ਬੈਠੇ, ਤੇ ਮਹਾਰਾਜ ਨੇ ਰਬਾਬੀਆਂ ਨੂੰ ਬੁਲਾ ਕੇ ਜਦੋਂ ਕੋਲ ਬੁਲਾਇਆ ਨਾ, ਤੇ ਰਬਾਬੀ ਕਹਿਣ ਲੱਗੇ ਮਹਾਰਾਜ ਧੰਨ ਭਾਗ ਕੀਰਤਨ ਸੁਣਾਈਏ। ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਭੁੱਖ ਲੱਗੀ ਸੀ ਉਦੋਂ ਤਾਂ ਸੁਣਾਇਆ ਨਹੀਂ। ਰਬਾਬੀ ਕਹਿੰਦੇ ਮਹਾਰਾਜ ਸਮਝੇ ਨਹੀਂ। ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਅਸਾਂ ਕੱਲ ਕਿਹਾ ਸੀ ਵੀ ਕੀਰਤਨ ਕਰੋ, ਅਸੀਂ ਬਹਿ ਕੇ ਸੁਣਨਾ। ਕਹਿੰਦੇ ਮਹਾਰਾਜ ਤੁਸੀਂ ਭੁੱਲ ਗਏ ਹੋ, ਤੁਸੀਂ ਨਹੀਂ ਕਹੀ ਇਹ ਗੱਲ। ਮਹਾਰਾਜ ਕਹਿੰਦੇ ਨਹੀਂ ਮੈਂ ਹੀ ਕਹੀ ਹੈ। ਕਹਿੰਦੇ ਨਹੀਂ ਇਹ ਤਾਂ ਬਾਬੇ ਬੁੱਢੇ ਨੇ ਕਹੀ ਸੀ। ਤੇ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਤੁਸੀਂ ਸਾਡੇ ਤੋਂ ਬਾਬੇ ਬੁੱਢੇ ਨੂੰ ਵੱਖ ਸਮਝਦੇ ਹੋ। ਜਦੋਂ ਆਹ ਸ਼ਬਦ ਕਹੇ ਤੇ ਸੱਚਮੁੱਚ ਹੀ ਜਿਹੜਾ ਬਾਣੀ ਚ ਮਹਾਰਾਜ ਨੇ ਬਚਨ ਕਿਹਾ ਨਾ, ਗੁਰੂ ਸਿੱਖ, ਸਿੱਖ ਗੁਰੂ ਹੈ। ਮਹਾਰਾਜ ਨੇ ਕਿਹਾ ਵੀ ਗੁਰੂ ਤੇ ਸਿੱਖ ਇਹਦੇ ਵਿੱਚ ਕੋਈ ਫਰਕ ਨਹੀਂ। ਸਾਧ ਸੰਗਤ, ਇਹ ਧਰਮ ਦੁਨੀਆ ਦਾ ਮਹਾਨ ਨਿਆਰਾ ਧਰਮ ਹੈ, ਸਿੱਖ ਧਰਮ। ਤੁਸੀਂ ਸਾਰੀ ਦੁਨੀਆ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਕੋਈ ਵੀ ਰਹਿਬਰ ਅੱਜ ਤੱਕ ਆਪਣੇ ਵਰਗਾ ਨਹੀਂ ਬਣਾ ਕੇ ਗਿਆ ਕੋਈ। ਤੁਸੀਂ ਸਾਰੇ ਧਰਮਾਂ ਦਾ ਇਤਿਹਾਸ ਪੜ੍ਹ ਲਓ। ਉਹ ਬਲਿਹਾਰ ਜਾਈਏ ਗੁਰੂ ਨਾਨਕ ਸਾਹਿਬ ਤੇ ਕਲਗੀਆਂ ਵਾਲੇ ਪਾਤਸ਼ਾਹ ਤੋਂ, ਉਹਨੇ ਜਿੰਨੇ ਸਿੱਖ ਬਣਾਏ ਉਹਨਾਂ ਕਿਹਾ ਇਹਨਾਂ ਸਿੱਖਾਂ 'ਚ ਤੇ ਮੇਰੇ 'ਚ ਫਰਕ ਹੀ ਕੋਈ ਨਹੀਂ। ਸਾਧ ਸੰਗਤ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਇਕੱਲਾ ਪੜ੍ਹਨ ਵਾਸਤੇ ਨਹੀਂ ਆ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ में हो करो निवास, खालसा मेरी जान की जान, खालसा मेरो पिंड प्राण। फिर तीसरे पातशाह ने बौली का टक लाया ते बाबा बुढ़ा साहब कोलों लवाया। 22 मंजियां थापियां ते उन्हां दा प्रबंधक बाबा बुढ़ा साहब नूं थापिया। फिर साध संगत सन साहब गुरु नूं प्रगट कीता ते बाबा बुढ़ा साहब जी ने कीता। सब तो वड्डी गल वेखो कि जिदन गोइंदवाल दी धरती ते भाई जेठे दे शरीके भाईचारे चों कुछ लोग हरद्वार जांदे जांदे रात रुके ना गोइंदवाल साहब, क्योंकि सनातनी सी उन्हां दे मन च सी भी इशनान करन चलने ते जेठा अपना विआहया गोइंदवाल साहब, वो दमाद है गुरु अमरदास दा, ते रात आपां उत्थे कट लीए। जदों उन्हां जेठा जी दे दर्शन कीते ना गुरु रामदास जी दे कि बस्त्रां नूं दाल ते लंगर दा सूड़ा लगा है ते सिर दे उत्ते मिट्टी लगी हुई जिहड़ी बौली साहब दी सेवा चलदी सी, ते टोकरी भर भर के मिट्टी दी टोकरी भर भर के महाराज उस सेवा च योगदान पाउंदे सी। एक बजुर्ग ने बोली मार के क्या कहन लगा, जेठिया मजदूरी करनी सी ते लाहौर ही रहिनो, ਉਹ ਸਹੁਰੇ ਘਰ ਆ ਕੇ ਕਰਨ ਦੀ ਕੀ ਲੋੜ ਸੀ। ਇਤਿਹਾਸ ਕਹਿੰਦਾ ਜਦੋਂ ਆਹ ਸ਼ਬਦ ਕਹੇ ਨਾ ਮਹਾਰਾਜ ਤੋਂ ਰਿਹਾ ਨਹੀਂ ਗਿਆ। ਆਵਾਜ਼ ਮਾਰੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਅੱਜ ਸਾਡੇ ਸਿੰਘਾਸਨ ਤੇ ਜੇਠੇ ਨੂੰ ਬਹਾ ਕੇ ਗੁਰੂ ਰਾਮਦਾਸ ਬਣਾ ਦਿਓ। ਤੇ ਨਾਲ ਮਹਾਰਾਜ ਨੇ ਉਹਨਾਂ ਬਜ਼ੁਰਗਾਂ ਨੂੰ ਕਿਹਾ ਸੀ, ਭਾਈ ਜਿਹੜੀ ਤੁਹਾਨੂੰ ਬਸਤਰਾਂ ਨਾਲ ਲੱਗੀ ਮਿੱਟੀ ਨਜ਼ਰ ਆਉਂਦੀ ਹੈ ਨਾ, ਇਹਨੂੰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੇਸਰ ਕਿਹਾ ਜਾਂਦਾ ਹੈ। ਤੇ ਜਿਹੜੀ ਤੁਹਾਨੂੰ भाई जेठे दे सिर उत्ते मिट्टी दी टोकरी नजर आ रही है, ये कल्ली टोकरी नहीं, इनू गुरु नानक साहब दे घर विच गरियाई दा छतर कहा जाता है। वेखो बाबा बुढ़ा साहब दा सिदक ते बाबा बुढ़ा साहब दा प्रेम, अज गुरता गद्दी दी रस्म बाबा बुढ़ा साहब निभा रहे हैं। ते जदों निभाउण लगे ना, अज कल दा समां वेखो, अज कल दा ਬੰਦਾ ਕਿਸੇ ਲਈ ਥੋੜਾ ਜਿਹਾ ਪਰਉਪਕਾਰ ਕਰਦੇ ਨਾ ਤੇ ਕੋਈ ਬੰਦਾ ਪੈਰਾਂ ਸਿਰ ਤੇ ਹੋ ਜੇ, ਆਪਾਂ ਪਤਾ ਕੀ ਕਹਿੰਦੇ ਆ, ਆਪਾਂ ਕਹਿੰਦੇ ਸਾਧ ਸੰਗਤ ਤੇ ਬੰਦਾ ਪੈਰਾਂ ਸਿਰ ਤੇ ਮੈਂ ਕੀਤਾ ਹੈ,
ਇਹ ਮੈਂ ਇਹਦੀ ਮਦਦ ਨਾ ਕਰਦਾ ਤੇ ਬੰਦਾ ਜੇ ਇਸ ਮਕਾਮ ਤੇ ਨਾ ਪਹੁੰਚਦਾ। ਇਹ ਸਾਡੀ ਫਿਤਰਤ ਹੈ। ਉਹ ਧੰਨ ਬਾਬਾ ਬੁੱਢਾ ਸਾਹਿਬ ਇੱਕ ਵਾਰ ਵੀ ਕਿਤੇ ਮਨ ਵਿੱਚ ਨਹੀਂ ਆਇਆ ਖਾਲਸਾ ਜੀ ਕਿ ਅਜੇ ਕੱਲ ਦੀਆਂ ਗੱਲਾਂ ਨੇ। ਯਤੀਮ ਹੋ ਕੇ ਗੁਰੂ ਰਾਮਦਾਸ ਜੀ ਸਾਡੇ ਕੋਲ ਆਏ, ਘੁੰਗਣੀਆਂ ਵੇਚੀਆਂ ਤੇ ਘੁੰਗਣੀਆਂ ਵੇਚਣ ਵਾਲੇ ਅੱਜ ਤਖਤ ਤੇ ਬਹਿ ਗਏ। ਬਸ ਸਿਦਕ ਤੇ ਪ੍ਰੇਮ ਵੇਖੋ, ਗੁਰੂ ਅਮਰਦਾਸ ਮਹਾਰਾਜ ਦਾ ਬਚਨ ਮੰਨਿਆ, ਫਿਰ ਅੱਗੇ ਇਸ ਧਰਤੀ ਤੇ ਕਿੱਡੀ ਵੱਡੀ ਸੇਵਾ ਕੀਤੀ ਵੇਖੋ। ਅੱਜ ਕੱਲ ਆਪਾਂ ਕਈ ਰਾਂ ਗ੍ਰੰਥੀ ਸ਼ਬਦ, ਮਾਫ ਕਰਨਾ, ਅੱਜ ਨਵੇਂ ਸਾਡੇ ਬੱਚੇ ਗ੍ਰੰਥੀ ਭਾਈ ਬਣਨ ਲਈ ਤਿਆਰ ਨਹੀਂ ਆ। ਇਹ ਬੜੀ ਸਾਡੀ ਕੌਮ ਦੀ ਬਦਕਿਸਮਤੀ। ਪਹਿਲਾਂ ਤੇ ਸਾਨੂੰ ਇਹਨਾਂ ਨੂੰ ਚਲੋ ਸੰਭਾਲਣਾ ਚਾਹੀਦਾ ਹੈ ਜਿਹੜੇ ਬਣੇ ਨੇ। ਤੇ ਦੂਸਰੀ ਗੱਲ, ਮੈਂ ਇੱਕ ਦਾਅਵੇ ਨਾਲ ਕਹਿ ਸਕਦਾ ਸਾਧ ਸੰਗਤ ਕਿ ਇਹ ਪਦਵੀ ਬਹੁਤ ਵੱਡੀ ਪਦਵੀ, ਜੇ ਕਿਤੇ ਅਕਾਲ ਪੁਰਖ ਦੀ ਕਿਰਪਾ ਹੋਵੇ ਤੇ ਬੰਦਾ ਭਾਈ ਬਣਦਾ ਹੈ, ਗੁਰੂ ਘਰ ਦਾ ਵਜ਼ੀਰ ਗ੍ਰੰਥੀ ਬਣਦਾ ਹੈ। ਤੇ ਇਹ ਪਹਿਲੇ ਗ੍ਰੰਥੀ ਐਵੇਂ ਨਹੀਂ ਥਾਪਿਆ ਬਾਬਾ ਬੁੱਢਾ ਸਾਹਿਬ ਨੂੰ। ਗੁਰੂ ਗ੍ਰੰਥ ਸਾਹਿਬ ਆਦਿ ਗ੍ਰੰਥ ਦੇ ਰੂਪ ਵਿੱਚ ਭਾਈ ਗੁਰਦਾਸ ਜੀ ਨੇ ਲਿਖੇ, ਮਹਾਰਾਜ ਨੇ ਬਾਣੀ ਲਿਖਵਾਈ। ਤੇ ਕਿੰਨੇ ਗੁਰੂਆਂ ਦੀ ਉਪਜ? 5 ਗੁਰੂਆਂ ਦੀ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਤੱਕ। ਕਿਉਂਕਿ ਪਹਿਲੇ ਆਦਿ ਗ੍ਰੰਥ ਸਾਹਿਬ ਵਿੱਚ ਕੇਵਲ 5 ਗੁਰੂਆਂ ਦੀ ਬਾਣੀ ਸੀ। ਤੇ ਸਾਧ ਸੰਗਤ ਇੱਕ ਬੰਨੇ ਗ੍ਰੰਥ ਤਿਆਰ ਹੋ ਰਿਹਾ, ਉਹ ਵੀ 5 ਗੁਰੂਆਂ ਦੀ ਉਪਜ, ਤੇ ਦੂਜੇ ਬੰਨੇ ਗ੍ਰੰਥੀ ਤਿਆਰ ਹੋਣ ਲੱਗਾ ਜਿਨਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਪਹਿਲੀ ਵਾਰ ਤਾਬਿਆ ਬਹਿਣਾ। ਤੇ ਇਹ ਗ੍ਰੰਥੀ ਵੀ 5 ਗੁਰੂਆਂ ਦੀ ਉਪਜ, ਭਾਵੇਂ ਕਿ 6ਵੇਂ ਪਾਤਸ਼ਾਹ ਨੂੰ ਵੀ ਬਾਅਦ ਵਿੱਚ ਤਖਤ ਤੇ ਆਪ ਹੀ ਬਿਰਾਜਮਾਨ ਕੀਤਾ, ਪਰ ਜੇ ਗ੍ਰੰਥੀ ਬਣਿਆ ਤੇ ਉਹ ਵੀ 5 ਗੁਰੂਆਂ ਦੀ ਉਪਜ। ਤੇ ਜਿੱਦਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਮਸਰ ਦੀ ਧਰਤੀ ਤੇ ਪਾਵਨ ਸਰੂਪ ਬਾਬਾ ਬੁੱਢਾ ਸਾਹਿਬ ਦੇ ਸੀਸ ਤੇ ਸੁਸ਼ੋਭਿਤ ਕੀਤਾ ਨਾ, ਤੇ ਬਾਬਾ ਜੀ ਬੜੇ ਪਿਆਰ ਨਾਲ ਕਹਿਣ ਲੱਗੇ, ਮਹਾਰਾਜ ਤੁਸੀਂ ਅੱਗੇ ਲੱਗੋ ਹਾਂ। ਤੇ ਸਾਧ ਸੰਗਤ ਸਤਿਗੁਰੂ ਜੀ ਕਹਿਣ ਲੱਗੇ, ਨਹੀਂ ਬਾਬਾ ਜੀ, ਤੁਹਾਡੇ ਸੀਸ ਦੇ ਉੱਪਰ ਅੱਜ ਉਹ ਗੁਰੂ ਹੈ ਜਿਹੜਾ ਮੇਰਾ ਵੀ ਗੁਰੂ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਤੇ ਖਾਲਸਾ ਜੀ ਸਭ ਤੋਂ ਅੱਗੇ ਫਿਰ ਬਾਬਾ ਬੁੱਢਾ ਸਾਹਿਬ ਨੂੰ ਲਾ ਕੇ ਤੋਰਿਆ। ਆਪ ਮਹਾਰਾਜ ਨੇ ਚੌਰ ਕੀਤਾ। ਤੇ ਜਿੱਦਣ ਹਰਿਮੰਦਰ ਸਾਹਿਬ ਆਏ, ਕਵੀ ਸੰਤੋਖ ਸਿੰਘ ਲਿਖਦੇ ਆ, ਫਿਰ ਕਿਸੇ ਹੋਰ ਦੀ ਡਿਊਟੀ ਨਹੀਂ ਲਾਈ, ਇੱਕੋ ਗੱਲ ਵੇਖੀ, ਸਿਦਕ ਤੇ ਪ੍ਰੇਮ ਵੇਖਿਆ, ਸਬਰ ਤੇ ਸੰਤੋਖ ਵੇਖਿਆ, ਤੇ ਜੀਵਨ ਗੁਰਬਾਣੀ ਨੂੰ ਸਮਰਪਿਤ ਵੇਖਿਆ। ਤੇ ਬੜੇ ਪਿਆਰ ਨਾਲ ਕਿਹਾ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼, ਸੁਨੇ ਸਭ ਪੰਥ। ਫਿਰ ਬਾਬਾ ਜੀ ਉਹ ਪਹਿਲੇ ਮਹਾਨ ਸਿੱਖ ਜਿਨ੍ਹਾਂ ਹੁਕਮਨਾਮਾ ਲਿਆ, ਸੂਹੀ ਮਹੱਲਾ 5ਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸਾਧ ਸੰਗਤ ਜੀ 98 ਸਾਲ ਉਮਰ ਸੀ ਉਦੋਂ ਬਾਬਾ ਜੀ ਦੀ, ਕਿਉਂਕਿ 1506 ਦਾ ਬਾਬਾ ਬੁੱਢਾ ਸਾਹਿਬ ਦਾ ਜਨਮ ਹੈ ਤੇ 1604 ਚ ਪਹਿਲਾ ਪ੍ਰਕਾਸ਼ ਗੁਰੂ ਮਹਾਰਾਜ ਨੇ ਹਰਿਮੰਦਰ ਸਾਹਿਬ ਕਰਾਇਆ। 98 ਸਾਲ ਦੀ ਉਮਰ। ਫਿਰ ਵੱਡੀ ਗੱਲ ਵੇਖੋ, ਜਿਸ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਤੇ ਬਹਿੰਦੇ ਆ, ਉਸ ਦਿਨ ਮਹਾਰਾਜ ਦੀ ਦੁਨਿਆਵੀ ਉਮਰ ਸੀ 11 ਸਾਲ ਤੇ ਬਾਬਾ ਬੁੱਢਾ ਸਾਹਿਬ ਦੀ ਉਮਰ ਸੀ 1 ਘੱਟ 90 99 ਸਾਲ। ਇਹ ਗੁਰੂ ਨਾਨਕ ਦਾ ਘਰ ਹੈ ਜਿੱਥੇ 99 ਸਾਲ ਦਾ ਬਾਬਾ 11 ਸਾਲ ਦੇ ਗੁਰੂ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕਰਨ ਲੱਗਾ ਹੈ। ਇੱਕ ਵਾਰ ਵੀ ਕਿਤੇ ਮਨ ਵਿੱਚ ਰਤਾ ਮਾਤਰ ਨਾ ਕੋਈ ਹੰਕਾਰ ਹੈ। ਸਾਧ ਸੰਗਤ ਸਿਰਫ ਤੇ ਸਿਰਫ ਗੁਰੂ ਨਾਨਕ ਸਾਹਿਬ ਦੇ ਘਰ ਲਈ ਪਿਆਰ ਤੇ ਪ੍ਰੇਮ ਹੈ। ਮੈਂ ਇੱਕ ਘਟਨਾ ਕਹਿ ਕੇ ਸਮਾਪਤੀ ਕਰਾਂ। ਬਾਬਾ ਜੀ ਬੀੜ ਸਾਹਿਬ ਰਹਿਣ ਲੱਗ ਪਏ, ਉਮਰ ਵਡੇਰੀ ਹੋ ਗਈ ਤੇ ਰੋਜ਼ ਉਹਨਾਂ ਨੇ ਸਾਧ ਸੰਗਤ ਜਦੋਂ ਦਰਸ਼ਨ ਇਸ਼ਨਾਨ ਕਰਨ ਹਰਿਮੰਦਰ ਸਾਹਿਬ ਆਉਣਾ ਨਾ, ਇੱਕ ਦਿਨ 6ਵੇਂ ਪਾਤਸ਼ਾਹ ਦੇ ਮਨ ਚ ਆਇਆ ਵੀ ਕਿੱਡਾ ਮਹਾਨ ਸਿੱਖ ਹੈ ਜਿਨਨੇ 5 ਗੁਰੂ ਸਾਹਿਬਾਨ ਸਾਡੇ ਤੋਂ ਪਹਿਲੇ ਉਹਨਾਂ ਦੇ ਚਰਨਾਂ ਚ ਰਹਿ ਕੇ ਸੇਵਾ ਵੀ ਕੀਤੀ, ਸਿਮਰਨ ਕੀਤਾ, ਬੰਦਗੀ ਕੀਤੀ, ਸਬਰ ਸੰਤੋਖ ਸਿਦਕ ਪਿਆਰ ਰੱਖਿਆ। ਤੋ ਕਹਿਣ ਲੱਗੇ ਮਨ ਚ ਆਇਆ ਵੀ ਇਹਨਾਂ ਲਈ ਪਾਲਕੀ ਦਾ ਪ੍ਰਬੰਧ ਨਾ ਕਰ ਦਈਏ। ਸੋਹਣੀ ਪਾਲਕੀ ਬਣਾਈ ਤੇ ਸਿੱਖਾਂ ਦੀ ਡਿਊਟੀ ਲਾਤੀ ਵੀ ਬਾਬਾ ਜੀ ਨੂੰ ਪਾਲਕੀ 'ਚ ਬਹਾ ਕੇ ਤੁਸੀਂ ਰੋਜ਼ ਹਰਿਮੰਦਰ ਸਾਹਿਬ ਲੈ ਕੇ ਆਇਆ ਕਰਨਾ। ਜਦੋਂ ਸਿੱਖਾਂ ਨੇ ਇਸ ਤਰ੍ਹਾਂ ਇਹ ਕਾਰਜ ਸ਼ੁਰੂ ਕੀਤਾ ਨਾ, ਇੱਕ ਦਿਨ 6ਵੇਂ ਪਾਤਸ਼ਾਹ ਦੇ ਮਨ 'ਚ ਇਹ ਗੱਲ ਆਈ, ਇਹ ਬੜਾ ਮਹਾਨ ਸਿੱਖ ਹੈ, ਇਹਦੀ ਪਾਲਕੀ ਨੂੰ ਮੋਢਾ ਮੈਂ ਨਾ ਦੇਵਾਂ। ਬਿਨਾਂ ਦੱਸਣ ਤੋਂ ਗੁਰੂ ਹਰਗੋਬਿੰਦ ਸਾਹਿਬ ਨੇ ਪਾਲਕੀ ਨੂੰ ਮੋਢਾ ਦਿੱਤਾ ਤੇ ਬਾਬਾ ਜੀ ਨੇ ਅੰਦਰੋਂ ਆਵਾਜ਼ ਦਿੱਤੀ, ਮਹਾਰਾਜ ਤੁਸੀਂ ਮੋਢਾ ਨਾ ਦਿਓ, ਜੇਕਰ ਤੁਸੀਂ ਮੋਢਾ ਨਾ ਛੱਡਿਆ ਤੇ ਮੈਂ ਇਸ ਪਾਲਕੀ ਵਿੱਚੋਂ ਛਾਲ ਮਾਰ ਦਿਆਂਗਾ। ਜਦੋਂ ਇਹ ਬਚਨ ਕਹੇ ਨਾ,
ਤੇ ਸੱਚੇ ਪਾਤਸ਼ਾਹ ਨੇ ਪਾਲਕੀ ਰੱਖੀ ਤੇ ਕਹਿਣ ਲੱਗੇ, ਬਾਬਾ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਤੁਹਾਡੀ ਪਾਲਕੀ ਨੂੰ ਮੋਢਾ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤਾ ਹੈ? ਤੇ ਬਾਬਾ ਜੀ ਪਿਆਰ ਨਾਲ ਕਹਿਣ ਲੱਗੇ, ਮਹਾਰਾਜ ਕਿਉਂ ਆਪਣੇ ਨਿਮਾਣੇ ਗਰੀਬੜੇ ਸਿੱਖ ਦੀ ਪ੍ਰੀਖਿਆ ਲੈਂਦੇ ਹੋ? ਆਪ ਹੀ ਤੇ ਪਹਿਲੇ ਜਾਮੇ ਚ ਕਹਿਤਾ ਸੀ ਵੀ ਬੁੱਢਿਆ ਤੇਰੇ ਤੋਂ ਓਲੇ ਕਦੇ ਨਾ ਹੋਸਾਂ, ਇਸ ਕਰਕੇ ਫਿਰ ਮੇਰੇ ਤੋਂ ਓਲੇ ਗੁਰੂ ਕਿਵੇਂ ਹੋ ਸਕਦਾ ਹੈ? ਪਰ ਹਾਂ ਮਹਾਰਾਜ ਮੇਰੀ ਇੱਕ ਬੇਨਤੀ ਜ਼ਰੂਰ ਹੈ, ਅੱਜ ਤਾਂ ਨਹੀਂ, ਜਦੋਂ ਮੇਰਾ ਅੰਤਮ ਸਮਾਂ ਆਇਆ ਨਾ ਤੇ ਮੇਰੇ ਤੇ ਕਿਰਪਾ ਕਰ ਦਿਓ, ਉਸ ਸਮੇਂ ਜ਼ਰੂਰ ਤੁਸੀਂ ਮੇਰੀ ਨਗਰੀ ਚ ਹਾਜ਼ਰ ਹੋ ਜਾਇਓ। ਸਾਧ ਸੰਗਤ ਫਿਰ ਬਾਬਾ ਜੀ ਇਸ ਸਥਾਨ ਤੋਂ ਰਮਦਾਸ ਚਲੇ ਗਏ। ਅੱਜ ਅੰਤਮ ਸਮਾਂ ਨੇੜੇ ਹੈ ਤੇ ਖਾਲਸਾ ਜੀ ਮਹਾਰਾਜ ਨੂੰ ਸੁਨੇਹਾ ਭੇਜਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਬਾਬਾ ਬਿਧੀ ਚੰਦ ਭਾਈ ਜੇਠਾ ਜੀ ਇਹ ਤਾਦਕ ਸਿੱਖਾਂ ਨੂੰ ਨਾਲ ਲੈ ਕੇ ਗਏ। ਸੱਚਖੰਡ ਜਾਣ ਤੋਂ ਪਹਿਲਾਂ ਇਸ਼ਨਾਨ ਸੋਧਿਆ, ਚਿੱਟੇ ਬਸਤਰ ਪਾਏ, ਚੌਂਕੜਾ ਮਾਰਿਆ ਤੇ ਮਹਾਰਾਜ ਕਹਿਣ ਲੱਗੇ, ਬਾਬਾ ਜੀ ਅਸੀਂ ਚਾਹੁੰਦੇ ਆ ਕਿ ਸੱਚਖੰਡ ਗਮਨ ਤੋਂ ਪਹਿਲਾਂ ਜਿਵੇਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਰਹਿ ਕੇ ਤੁਸੀਂ ਬਾਣੀ ਪੜ੍ਹੀ ਤੇ ਸਿੱਖ ਸੁਣਦੇ ਸੀ, ਬਾਕੀ ਗੁਰੂ ਸਾਹਿਬਾਨਾਂ ਦੇ ਚਰਨਾਂ 'ਚ ਰਹਿ ਕੇ ਬਾਣੀ ਤੁਸੀਂ ਪੜ੍ਹਦੇ ਤੇ ਸਿੱਖ ਸੁਣਦੇ ਸੀ, ਅੱਜ ਜਾਂਦੇ ਜਾਂਦੇ ਇੱਕ ਜਪਜੀ ਦਾ ਪਾਠ ਸੁਣਾ ਦਿਓ। ਬਾਬਾ ਬੁੱਢਾ ਸਾਹਿਬ ਨੇ ਪਾਠ ਸ਼ੁਰੂ ਕੀਤਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਦੋਂ ਸਾਰਾ ਜਪਜੀ ਦਾ ਪਾਠ ਪੜ੍ਹ ਕੇ ਅਖੀਰ ਤੇ ਕਿਹਾ ਨਾ, ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਅੰਦਰੋਂ ਜੋਤ ਉਡਾਰੀ ਮਾਰ ਗਈ ਤੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਉਹ ਬਾਬਾ ਬੁੱਢਾ ਸਾਹਿਬ ਪਰਮਾਤਮਾ ਦੇ ਚਰਨਾਂ 'ਚ ਲੀਨ ਹੋ ਗਏ ਔਰ ਪਹਿਲਾਂ ਪੁੱਛਦੇ ਨੇ ਸਿੱਖ ਵੀ ਤੁਸੀਂ ਸਿੱਖੀ ਕਿਵੇਂ ਕਮਾਈ? ਬਾਬਾ ਜੀ ਨੇ ਇਹੀ ਗੱਲ ਕਹੀ ਸੀ ਵੀ ਸਿੱਖੋ, ਸਿੱਖੀ ਓਨਾ ਚਿਰ ਨਹੀਂ ਕਮਾਈ ਜਾ ਸਕਦੀ ਜਿੰਨਾ ਚਿਰ ਗੁਰੂ ਦੀ ਮਿਹਰ ਨਾ ਹੋਵੇ, ਬਖਸ਼ਿਸ਼ ਨਾ ਹੋਵੇ। 125 ਸਾਲ ਉਮਰ ਬਤੀਤ ਕਰਨ ਤੋਂ ਬਾਅਦ ਵੀ ਅੱਜ ਗੁਰੂ ਦੇ ਚਰਨਾਂ ਦਾ ਭਰੋਸਾ ਪਿਆਰ ਅਡੋਲ ਹੈ। ਜਦੋਂ ਉਸ ਸਿੱਖ ਦਾ ਪਿਆਰ ਦੇ ਨਾਲ ਸਾਧ ਸੰਗਤ ਨਾਮ ਲਈਦਾ ਤੇ ਅੱਖਾਂ ਬਰਾਗ ਨਾਲ ਸੇਜਲ ਹੋ ਜਾਂਦੀਆਂ। ਮੈਂ ਵੇਖ ਰਿਹਾ ਸੰਗਤ ਦੀਆਂ ਅੱਖਾਂ 'ਚ ਵੀ ਬਹੁਤ ਬਰਾਗ ਹੈ। ਉਹ ਮਹਾਨ ਗੁਰਸਿੱਖ ਪੂਰਨ ਬ੍ਰਹਮ ਗਿਆਨੀ ਫਿਰ ਆਪ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਪਵਿੱਤਰ ਸਰੀਰ ਨੂੰ ਮੋਢਾ ਦੇ ਕੇ ਤੇ ਸਾਰੀ ਅੰਤਮ ਕਿਰਿਆ ਆਪਣੇ ਹੱਥੀਂ ਕੀਤੀ। ਸਾਧ ਸੰਗਤ ਉਸ ਮਹਾਨ ਗੁਰਸਿੱਖ ਦੀ ਜਿਹੜੀ ਧਰਤੀ ਬੀੜ ਸਾਹਿਬ ਜਿੱਥੇ ਉਹ ਲੰਬਾ ਸਮਾਂ ਰਹੇ, ਉਸ ਸਥਾਨ ਦੇ ਸੰਗਤਾਂ ਬਹੁਤ ਵੱਡੀ ਗਿਣਤੀ 'ਚ ਦਰਸ਼ਨ ਦੀਦਾਰ ਕਰ ਰਹੀਆਂ ਨੇ। ਮਹਾਰਾਜ ਕਿਰਪਾ ਕਰਨ। ਬਾਬਾ ਜੀ ਦਾ ਦਿਨ ਹੋਣ ਕਰਕੇ ਮੈਂ ਥੋੜਾ ਇਤਿਹਾਸ ਵੀ ਉਹਨਾਂ ਦਾ ਨਾਲ ਸਾਂਝਾ ਕੀਤਾ ਹੈ। ਹੁਕਮਨਾਮੇ ਦੀ ਵਿਚਾਰ ਕਰਦਿਆਂ ਬਾਬਾ ਜੀ ਦਾ ਇਤਿਹਾਸ ਕਹਿੰਦਿਆਂ ਬਹੁਤ ਸਾਰੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਬੇਨਤੀ ਕਰੀਏ ਪਾਤਸ਼ਾਹ ਇੱਕ ਕਿਣਕਾ ਮਾਤਰ ਇਹੋ ਜਿਹੇ ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਸਾਨੂੰ ਬਖਸ਼ ਦਿਓ। ਸਾਡੇ ਚੋਂ ਈਰਖਾ, ਚੁਗਲੀ, ਨਿੰਦਿਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਸਭ ਖਤਮ ਹੋ ਜਾਵੇ ਤੇ ਅਸੀਂ ਵੀ ਗੁਰੂ ਦੇ ਸਿੱਖ ਬਣ ਕੇ ਆਪਣੇ ਜੀਵਨ ਨੂੰ ਸਵਾਰ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ। ਸਾਰੀ ਸੰਗਤ ਦਾ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸਿੰਘ ਸਾਹਿਬਾਨ ਜੀ ਦਾ ਧੰਨਵਾਦ। ਆਓ ਹੁਕਮਨਾਮੇ ਦੀਆਂ ਆਖਰੀ 2 ਪੰਕਤੀਆਂ ਪੜ੍ਹ ਕੇ ਫਿਰ ਆਪਾਂ ਫਤਿਹ ਬੁਲਾਵਾਂਗੇ ਜੀ। ਕਹੈ ਕਬੀਰ ਸੁਨਹੁ ਰੇ ਸੰਤੋ, ਮੇਰੀ ਮੇਰੀ ਝੂਠੀ, ਚਿਰਗਟ ਫਾਰ ਚਟਾਰਾ ਲੈ ਗਇਓ, ਤਰੇ ਤਾਗਰੇ ਛੂਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।